ਸਭ ਨੂੰ ਜੈਮਸੀ ਦੀ ਜੈਮਸੀ ਦੀ ਬਦਕਵਾਲ ਜੀ ਆਪਾਂ ਅੱਜ ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਪਰਮੇਸ਼ਰ ਦਾ ਸਭ ਤੋਂ ਪਹਿਲਾਂ ਸ਼ੁਕਰ ਕਰਦੇ ਹਾਂ ਕਿ ਆਪਾਂ ਨੂੰ ਮੌਕਾ ਮਿਲਿਆ ਆਪਾਂ ਬਾਈਬਲ ਸਟੱਡੀ ਕਰ ਸਕੀਏ, ਪਰਮੇਸ਼ਰ ਦੇ ਵਚਨ 'ਚੋਂ ਸਿੱਖ ਸਕੀਏ। ਔਰ ਆਪਣੇ ਪੜ੍ਹਦੇ ਹਾਂ ਜੀ ਜ਼ਬੂਰ ਭਜਨ ਸਭ ਤੋਂ ਪਹਿਲਾਂ ਜੀ 19 ਦੀ 1 ਤੋਂ 5। ਹਾਂਜੀ ਹਾਂਜੀ, ਅਤੇ ਇਸ ਦੇ ਵਿੱਚ ਲਿਖਿਆ ਹੈ, ਆਕਾਸ਼ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਕਰਦੇ ਹਨ ਅਤੇ ਅੰਬਰ ਉਸਦੀ ਦਸਤਕਾਰੀ ਵਿਖਲਾਉਂਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਹਾਂਜੀ, ਉਹਨਾਂ ਦੀ ਨਾ ਕੋਈ ਬੋਲੀ ਹੈ, ਨਾ ਸ਼ਬਦ ਹੈ, ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ। ਸਾਰੀ ਧਰਤੀ ਵਿੱਚ ਉਹਨਾਂ ਦੀ ਤਾਰ ਪਹੁੰਚੀ ਹੈ। ਵਾਹ ਹਾਂਜੀ, ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਬੋਲ। ਉਹਨਾਂ ਵਿੱਚ ਉਸ ਦੇ ਸੂਰਜ ਲਈ ਡੇਰਾ ਲਾਇਆ ਹੈ, ਜਿਹੜਾ ਲਾੜੇ ਵਾਂਗੂ ਆਪਣੀ ਕੋਠੜੀ ਵਿੱਚੋਂ ਨਿਕਲਦਾ ਹੈ ਅਤੇ ਸੂਰਮੇ ਵਾਂਗੂ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। ਵਾਹ ਜੀ, ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ। ਸਾਰੀ ਸ੍ਰਿਸ਼ਟੀ ਆਪ ਨੇ ਹੀ ਬਣਾਏ, ਚੰਦ ਸੂਰਜ ਸਿਤਾਰੇ ਆਪ ਨੇ ਹੀ ਬਣਾਏ ਹਨ। ਆਪਣੀ ਸ਼ਕਤੀ ਦੇ ਨਾਲ, ਆਪਣੀ ਸਮਝ ਦੇ ਨਾਲ, ਆਪਣੇ ਬੋਲਾਂ ਦੇ ਨਾਲ। ਆਪ ਦੀ ਬੋਲਾਂ ਵਿੱਚ ਸ਼ਕਤੀ ਹੈ ਔਰ ਪਵਿੱਤਰ ਆਤਮਾ ਦੇ ਨਾਲ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ। ਔਰ ਉਹ ਆਪ ਜੀ ਦੇ ਹੁਕਮਾਂ ਦੇ ਮੁਤਾਬਕ ਖੜੇ ਹਨ ਔਰ ਆਪਣਾ ਕੰਮ ਕਰ ਰਹੇ ਹਨ ਔਰ ਉਹ ਘੁੰਮ ਰਹੇ ਹਨ। ਜਿਸ ਤਰ੍ਹਾਂ ਆਪ ਨੇ ਉਹਨਾਂ ਨੂੰ ਠਹਿਰਾਇਆ ਹੈ, ਉਸੇ ਤਰ੍ਹਾਂ ਉਹ ਗਰਦਿਸ਼ ਕਰ ਰਹੇ ਹਨ, ਘੁੰਮ ਰਹੇ ਹਨ ਪਰਮੇਸ਼ਰ ਪਿਤਾ, ਔਰ ਆਪ ਦੀ ਜੈ ਜੈਕਾਰ ਕਰਦੇ ਹਨ। ਜਦੋਂ ਅਸੀਂ ਚੰਦ ਸੂਰਜ ਸਿਤਾਰੇ ਦੇਖਦੇ ਹਾਂ ਤੇ ਆਪ ਦੇ ਹੱਥਾਂ ਦੀ ਦਸਤਕਾਰੀ ਹੈ, ਬਿਲਕੁਲ ਸੱਚਮੁੱਚ ਪਰਮੇਸ਼ਰ ਪਿਤਾ। ਔਰ ਆਪ ਦੇ ਵਚਨ ਵਿੱਚ ਇਹ ਵੀ ਲਿਖਿਆ ਹੈ, ਆਪ ਹੀ ਉਹਨਾਂ ਸਾਰੇ ਸਿਤਾਰਿਆਂ ਨੂੰ ਨਾਮ ਦੇ ਨਾਲ ਪੁਕਾਰਦੇ ਹੋ ਔਰ ਆਪ ਹੀ ਡਿਸਾਈਡ ਕਰਦੇ ਹੋ ਕਿ ਕਿੰਨੇ ਸਿਤਾਰੇ ਹੋਣੇ ਚਾਹੀਦੇ ਹਨ। ਉਹਨਾਂ ਦਾ ਨੰਬਰ, ਉਹਨਾਂ ਦੀ ਗਿਣਤੀ ਆਪ ਡਿਸਾਈਡ ਕਰਦੇ ਹੋ। ਪਰਮੇਸ਼ਰ ਪਿਤਾ, ਇਹ ਆਪ ਦਾ ਜਲਾਲ ਹੈ, ਆਪ ਜੀ ਦੀ ਮਹਿਮਾ ਹੈ। ਆਪ ਸਭ ਕੁਝ ਜਾਣਦੇ ਹੋ, ਆਪ ਤੋਂ ਕੁਛ ਵੀ ਛੁਪ ਨਹੀਂ ਸਕਦਾ। ਨਾ ਹੀ ਪਰਮੇਸ਼ਰ ਪਿਤਾ ਇੱਕ ਸੋਚ ਵੀ ਜੋ ਹਾਲੇ ਮਨ ਦੇ ਵਿੱਚ ਹੈ ਉਹ ਵੀ ਆਪ ਜਾਣਦੇ ਹੋ। ਆਪ ਮਹਾਨ ਹੋ, ਸਰਬ ਸ਼ਕਤੀਮਾਨ ਹੋ। ਆਪ ਦੀ ਜਿੰਨੀ ਵੀ ਮਹਿਮਾ ਕੀਤੀ ਜਾਏ ਥੋੜ੍ਹੀ ਹੈ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਸਾਡੇ ਵਰਗੇ ਜੋ ਗੁਆਚੇ ਹੋਏ ਸਨ, ਜੋ ਭੁੱਲੇ ਹੋਏ ਸਨ, ਜੋ ਅੰਧੇਰੇ ਵਿੱਚ ਸਨ, ਪਰਮੇਸ਼ਰ ਪਿਤਾ ਆਪ ਨੇ ਸਾਡੇ ਉੱਪਰ ਦਇਆ ਕੀਤੀ, ਰਹਿਮ ਕੀਤਾ ਪਰਮੇਸ਼ਰ ਪਿਤਾ, ਕਿ ਅਸੀਂ ਆਪ ਨੂੰ ਜਾਣ ਸਕੀਏ, ਆਪ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਨੂੰ ਜਾਣ ਸਕੀਏ, ਸਮਝ ਸਕੀਏ ਉਸਦੇ ਜੋ ਪਰਮੇਸ਼ਰ ਪਿਤਾ ਭੇਦ ਹੈ, ਯਿਸੂ ਮਸੀਹ ਦੇ ਆਉਣ ਦਾ ਜੋ ਮਕਸਦ ਹੈ ਉਸ ਨੂੰ ਜਾਣ ਸਕੀਏ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਕਿ ਆਪ ਨੇ ਯਿਸੂ ਮਸੀਹ ਨੂੰ ਇਸ ਧਰਤੀ 'ਤੇ ਭੇਜਿਆ ਔਰ ਆਪ ਨੇ ਇਹ ਭੇਦ ਖੋਲ੍ਹਿਆ ਕਿ ਯਿਸੂ ਮਸੀਹ ਹੀ ਰਾਹ, ਸੱਚ ਔਰ ਜ਼ਿੰਦਗੀ ਹੈ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਜੋ ਆਪ ਨੇ ਇਸ ਧਰਤੀ 'ਤੇ ਭੇਜਿਆ। ਯਿਸੂ ਮਸੀਹ ਤੋਂ ਬਿਨਾਂ ਹੋਰ ਪਰਮੇਸ਼ਰ ਪਿਤਾ ਆਪ ਨੇ ਨਾਮ ਦਿੱਤਾ ਹੀ ਨਹੀਂ ਇਸ ਧਰਤੀ ਦੇ ਉੱਪਰ, ਸਵਰਗ ਦੇ ਥੱਲੇ, ਜਿਸ ਤੋਂ ਇਨਸਾਨ ਬਚਾਇਆ ਜਾ ਸਕੇ, ਸਿਰਫ ਤੇ ਸਿਰਫ ਯਿਸੂ ਮਸੀਹ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਪਵਿੱਤਰ ਵਚਨ ਦੇ ਲਈ। ਅਸੀਂ ਪੜ੍ਹਨ ਜਾ ਰਹੇ ਹਾਂ, ਸਮਝਣ ਜਾ ਰਹੇ ਹਾਂ, ਬਾਈਬਲ ਸਟੱਡੀ ਕਰਨ ਜਾ ਰਹੇ ਹਾਂ ਪਰਮੇਸ਼ਰ ਪਿਤਾ। ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ, ਇਹ ਸਾਰਾ ਸਮਾਂ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ। ਪਵਿੱਤਰ ਆਤਮਾ ਜੀ ਸਾਨੂੰ ਗਾਈਡ ਕਰੋ, ਲੀਡ ਕਰੋ। ਬ੍ਰਦਰ ਇਕਬਾਲ ਜੀ ਨੂੰ ਬਲੈਸ ਕਰੋ, ਬਰਕਤ ਦਿਓ ਪਰਮੇਸ਼ਰ ਪਿਤਾ। ਜੋ ਕੁਛ ਵੀ ਬੋਲਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਪੜ੍ਹਿਆ ਜਾਵੇ, ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ ਪਰਮੇਸ਼ਰ ਪਿਤਾ। ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਔਰ ਇਸ ਬਚਨ ਦੁਆਰਾ ਸਭ ਦੇ ਨਾਲ ਗੱਲਬਾਤ ਕਰੋ ਔਰ ਸਾਡੇ ਸਭ ਦੇ ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਮਿਲਣ ਪਰਮੇਸ਼ਰ ਪਿਤਾ। ਔਰ ਕੀਮਤੀ ਬਚਨ ਪਰਮੇਸ਼ਰ ਪਿਤਾ ਜੋ ਰੂਹ ਵਾ ਸੱਚ ਹੈ, ਜ਼ਿੰਦਗੀ ਹੈ, ਜੋ ਜੀਵਨ ਹੈ, ਜੋ ਰੌਸ਼ਨੀ ਹੈ, ਜੋ ਦੋ ਧਾਰੀ ਤਲਵਾਰ ਹੈ ਪਰਮੇਸ਼ਰ ਪਿਤਾ, ਉਹ ਇਸੇ ਤਰ੍ਹਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਪਰਮੇਸ਼ਰ ਪਿਤਾ। ਔਰ ਅਸੀਂ ਆਪ ਦੇ ਹੋਰ ਨਜ਼ਦੀਕ ਆ ਜਾਈਏ, ਆਪ ਨੂੰ ਹੋਰ ਜਾਣੀਏ, ਸਮਝੀਏ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ ਆਮੀਨ।
ਹਾਂਜੀ ਬਦਲ ਜੀ, ਹਾਲੇਲੂਇਆ। ਆਪਾਂ ਜੀ ਪ੍ਰਕਾਸ਼ ਦੀ ਪੋਥੀ ਮੁਕਾਸ਼ ਬੁੱਕ ਆਫ ਰੈਵਲੇਸ਼ਨ ਜੀ ਦੇ ਲਾਸਟ ਜਿਹੜਾ ਚੈਪਟਰ ਹੈਗਾ ਜੀ 22ਵਾਂ, ਜੀ ਉਹਦੇ ਵਿੱਚ ਆ ਗਏ ਆ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਲੇਲੂਇਆ। ਹਾਂ ਔਰ ਸਾਡੇ ਸੁਣਨ ਵਾਲਿਆਂ ਦੀਆਂ ਦੁਆਵਾਂ ਦਾ ਵੀ ਸ਼ੁਕਰ ਕਰਦੇ ਹਾਂ। ਆਮੇਨ। ਹਾਂਜੀ, ਤੇ ਅੱਜ ਆਪਾਂ 13ਵੀਂ ਆਇਤ ਪੜ੍ਹਨੀ ਹੈ ਜੀ। 13ਵੀਂ ਆਇਤ। ਠੀਕ ਹੈ। ਹਾਂਜੀ, ਇਸ ਦੇ ਵਿੱਚ ਲਿਖਿਆ ਹੈ ਪ੍ਰਕਾਸ਼ ਦੀ ਪੋਥੀ ਮੁਕਾਸ਼ਬਾ ਬੁੱਕ ਆਫ ਰੈਵਲੇਸ਼ਨ 22:13, ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ। ਵਾਹ ਜੀ ਵਾਹ। ਇਹ ਵਚਨ ਦੇ ਪੜ੍ਹੇ ਤੇ ਸੁਣੇ ਜਾਣਾ ਚਾਹੀਦੀ ਬਾਤ। ਹਾਲੇਲੂਇਆ। ਇਹ ਯਿਸੂ ਮਸੀਹ ਬੋਲ ਰਿਹਾ ਹੈ। ਆਮੇਨ ਆਮੇਨ। ਹਾਂਜੀ, ਹਾਲੇਲੂਇਆ। ਜੈ ਮਸੀਹ। ਜੈ ਮਸੀਹ ਦੀ। ਓਕੇ, ਇਹ ਜਿਹੜਾ ਇਸ ਵਰਸ ਵਿੱਚ ਦੱਸਿਆ ਗਿਆ ਬਈ ਅਲਫਾ ਤੇ ਓਮੇਗਾ, ਇਹ ਜਿਹੜੇ ਗ੍ਰੀਕ ਯੂਨਾਨੀ ਐਲਫਾਬੈਟਸ ਹੁੰਦੇ ਨਾ, ਹਾਂਜੀ, ਉਹਨਾਂ ਦਾ ਪਹਿਲਾ ਤੇ ਆਖਰੀ ਅੱਖਰ ਹੈ ਜਾਂ ਹਰੂਫ ਹੈ। ਠੀਕ ਹੈ ਨਾ ਵਰਡ। ਇਹ ਪ੍ਰਕਾਸ਼ ਦੀ ਪੋਥੀ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਅਲਫਾ ਤੇ ਓਮੇਗਾ ਦੇ ਮਤਲਬ ਇਹ 4 ਜਗ੍ਹਾ ਇਹਦਾ ਜ਼ਿਕਰ ਆਇਆ ਹੈ। ਠੀਕ ਹੈ। ਯਾਨੀ ਦ ਬੁੱਕ ਆਫ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 1 ਦੀ 8ਵੀਂ ਤੇ 11ਵੀਂ, 1 ਦੀ 8ਵੀਂ ਤੇ 1 ਦੀ 11ਵੀਂ। ਹਾਂਜੀ, ਤੇ ਫਿਰ 21 ਦੀ 6ਵੀਂ ਆਇਤ ਤੇ 22 ਦੀ 13। 21 ਦੀ 6ਵੀਂ ਤੇ ਫਿਰ ਆਹ ਜਿਹੜੀ 22 13 ਹੈਗੀ ਹੈ। ਹਾਂਜੀ, ਅੱਛਾ, ਹੁਣ ਇਹਨੂੰ ਅਗਰ ਅਸੀਂ ਥੋੜ੍ਹਾ ਜਿਹਾ ਕੰਪੇਅਰ ਕਰੀਏ, ਉਹ ਵੀ ਵਰਸਸ ਲਿਖ ਲਈਏ ਤੇ ਫਿਰ ਦੇਖਦੇ ਹਾਂ। ਇਹ ਫਿਰ ਇਕੱਲਾ ਪ੍ਰਕਾਸ਼ ਦੀ ਪੋਥੀ ਵਿੱਚ ਹੀ ਆਇਆ ਹੋਇਆ, ਹੋਰ ਉਸ ਤੋਂ ਜੀ ਉਹ ਵੀ ਸਿਰਫ ਵਰਡ ਕਿਸ ਤੇ ਕਰ ਰਹੇ ਹਾਂ, ਅਲਫਾ ਤੇ ਓਮੇਗਾ। ਅਲਫਾ ਤੇ ਓਮੇਗਾ। ਵੈਸੇ ਤਾਂ ਅੱਗੇ ਟਾਈਟਲਸ ਦੀ ਗੱਲ ਹੋ ਰਹੀ ਹੈ ਜਿਹੜੇ ਅਲਕਾਬ ਨੇ, ਲੇਕਿਨ ਅਲਫਾ ਓਮੇਗਾ। ਅੱਛਾ, ਹੁਣ ਜਿਹੜੀ ਗੱਲ ਤੁਸੀਂ ਪੁੱਛੀ ਹੈ ਨਾ, ਤੇ ਪ੍ਰਕਾਸ਼ ਦੀ ਪੋਥੀ ਦੀ ਹਾਲਾ ਫਿਲਹਾਲ ਇਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। 3 ਦਫਾ ਯਿਸੂ ਲਈ ਇਸਤੇਮਾਲ ਹੋਇਆ ਪ੍ਰਕਾਸ਼ ਦੀ ਪੋਥੀ 'ਚ ਅਲਫਾ ਤੇ ਓਮੇਗਾ, 1 ਦਫਾ ਪਿਤਾ ਪਰਮੇਸ਼ਵਰ। ਹੁਣ ਜਿਹੜਾ ਇਹਨੂੰ ਕੰਪੇਅਰ ਅਗਰ ਕਰੀਏ ਤੇ ਉਹ ਰੈਵਲੇਸ਼ਨ 1 ਦੀ 17 'ਚ, ਠੀਕ ਹੈ, ਤੇ ਰੈਵਲੇਸ਼ਨ 2 ਦੀ 8 ਵਿੱਚ। ਰੈਵਲੇਸ਼ਨ 1 ਦੀ 17 ਤੇ 2 ਦੀ 8ਵੀਂ ਆਇਤ। ਅੱਛਾ, ਹੁਣ ਇਹ ਪ੍ਰਭੂ ਪਿਤਾ ਪਰਮੇਸ਼ਵਰ ਲਈ ਪ੍ਰਕਾਸ਼ ਦੀ ਪੋਥੀ 'ਚ ਅਲਫਾ ਤੇ ਓਮੇਗਾ ਜਿਹੜਾ ਹੈਗਾ, ਉਹ ਜੇ ਪ੍ਰਕਾਸ਼ ਦੀ ਪੋਥੀ 21 ਦੀ 6ਵੀਂ ਆਇਤ ਦੇ ਵਿੱਚ, ਇਹ ਜਦੋਂ ਅਸੀਂ ਸਟੱਡੀ ਆਲਰੇਡੀ ਕਰ ਚੁੱਕੇ ਹਾਂ, ਇਹ ਪਿਤਾ ਪਰਮੇਸ਼ਵਰ ਹੈ ਇਹ ਹੀ ਟਾਈਟਲ ਦੇ ਵਿੱਚ 21 ਦੀ 6। ਹਾਂ, ਤੇ ਅਲਫਾ ਓਮੇਗਾ ਦੇ ਟਾਈਟਲ ਵਿੱਚ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਨਾ, ਉਹ ਉਹਨਾਂ ਲਈ 3 ਦਫਾ ਇਹ ਟਾਈਟਲ ਯੂਜ਼ ਹੋਇਆ ਅਲਫਾ ਤੇ ਓਮੇਗਾ। ਉਹ ਕਿਤੇ ਕਿਤੇ ਯਿਸੂ ਲਈ ਉਹ ਦ ਬੁੱਕ ਆਫ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 1 ਦੀ 8ਵੀਂ ਤੇ 11ਵੀਂ ਆਇਤ, ਇਹ 2 ਹੋ ਗਈਆਂ। 1 ਦੀ 8ਵੀਂ ਤੇ 1 ਦੀ 11ਵੀਂ ਤੇ ਦੂਸਰਾ 22 ਦੀ 13। ਠੀਕ ਹੈ, ਤੇ 22 ਦੀ 13 ਤੇ ਸੋ- ਜਿਹੜਾ 1 ਦੀ 17 ਹੋਵੇ ਜੀ 1 ਦੀ 17 ਵੀ ਤੁਸੀਂ ਕਿਹਾ ਸੀ ਸਰ। ਜੀ 1 ਦੀ 17 ਜਿਹੜੀ ਹੈ ਉਹ ਵੀ ਕੰਪੇਅਰ ਕਰਨ ਲਈ, ਇਹਨੂੰ ਮਜ਼ੀਦ ਖੋਲ੍ਹਣ ਦੇ ਲਈ, ਠੀਕ ਹੈ, ਉਹਦੇ ਵਿੱਚ ਇਸ ਲਈ ਬਿਆਨ ਕੀਤਾ ਗਿਆ। ਹੁਣ ਇਹ ਜਿਹੜਾ ਰੈਵਲੇਸ਼ਨ ਚੈਪਟਰ 1 ਵਰਸ 8 ਦੇ ਵਿੱਚ, ਇਹ ਚੂँकि ਥੋੜ੍ਹਾ ਜਿਹਾ ਰੈਫਰੈਂਸ ਤੁਸੀਂ ਦਿੱਤਾ ਹੈ, ਇਹ ਜਿਹੜਾ ਹੈ ਇਹ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਆਲਮਾਈਟੀ ਗॉड ਵੀ ਨੇ, ਯਾਨੀ ਸਭ ਸ਼ਕਤੀਮਾਨ ਪਰਮੇਸ਼ਵਰ ਵੀ ਹੈ। ਠੀਕ ਹੈ, ਇਹ ਖੁਦਾਵੰਦ ਯਿਸੂ ਮਸੀਹ ਨੇ ਇਸ ਲਈ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ। ਅਗਰ ਉਹ ਪੜ੍ਹਦੇ ਹੋ ਕਿ ਬਾਜ਼ ਦਾ ਅਸੀਂ ਕਹਿੰਦੇ ਕਿ ਪ੍ਰਭੂ ਯਿਸੂ ਮਸੀਹ ਉਹ ਬੜੇ ਅੱਛੇ ਪ੍ਰੋਫਿਟ ਸਨ, ਨਬੀ ਸਨ, ਹੈ ਨਾ, ਪਰਮੇਸ਼ਵਰ ਦੇ ਪੁੱਤਰ ਵੀ ਸਨ। ਠੀਕ ਹੈ, ਇਹ ਵੀ ਗੱਲ ਠੀਕ ਹੈ, ਲੇਕਿਨ ਬਾਜ਼ ਦਾ ਸਾਡੇ ਜ਼ਿਹਨ 'ਚ ਹੁੰਦਾ ਜੀ ਕਿ ਉਹ ਤੇ ਸ਼ਕਤੀਮਾਨ ਹੈ, ਸਭ ਸ਼ਕਤੀਮਾਨ ਨੇ, ਜਾਂ ਮਾਈਟੀ ਗॉड ਹੈ, ਆਲ ਮਾਈਟੀ ਗॉड ਨੇ। ਸੋ ਇਹ ਵਰਸ ਥੋੜ੍ਹੀ ਜਿਹੀ ਪੜ੍ਹ ਦਿਓ, ਕਿਉਂਕਿ ਇਹਦਾ ਤਾਲੁਕ ਇਸ ਲਈ ਬਣ ਰਿਹਾ ਹੈ ਕਿ ਜਦੋਂ ਪਿਤਾ ਤੇ ਪੁੱਤਰ ਦਾ ਇੱਕੋ ਹੀ ਤਖਤ ਹੋਣਾ ਹੈ, ਤੇ ਇਸ ਲਈ ਇਹ ਥੋੜ੍ਹੀ ਜਿਹੀ ਇਸ ਬਾਰੇ 'ਚ ਵੀ ਅਸੀਂ ਡਿਟੇਲ ਦੇਖ ਰਹੇ ਹਾਂ ਜੀ।
ਸੋ ਆਪਾਂ ਇੰਗਲਿਸ਼ 'ਚ ਪੰਜਾਬੀ ਦੋਨੇ ਪੜ੍ਹ ਦਾਂਗੇ ਹਾਂ ਠੀਕ ਹੈ ਜੀ। ਓਕੇ, ਆਪਾਂ ਪੜ੍ਹਦੇ ਜੀ ਬੁੱਕ ਆਫ ਰੈਵਲੇਸ਼ਨ, ਪ੍ਰਕਾਸ਼ ਦੀ ਪੋਥੀ ਮੁਕਾਸ਼ਲਾ ਪਹਿਲੇ ਦੀ 8। ਹਾਂਜੀ ਇਸ ਲਈ ਕਿ ਪ੍ਰਭੂ ਯਿਸੂ ਵੀ ਆਲਮਾਈਟੀ ਗॉड ਹੈ, Yeah. ਸਭ ਸ਼ਕਤੀਮਾਨ। ਹਾਂ, ਪੰਜਾਬੀ 'ਚ ਲਿਖਿਆ ਹੈ ਮੈਂ ਅਲਫਾ ਤੇ ਓਮੇਗਾ ਹਾਂ। ਹਾਂ ਹਾਂਜੀ, ਇਹ ਯਿਸੂ ਮਸੀਹ ਕਹਿ ਰਹੇ ਹਨ। ਹਾਂ ਇਹ ਆਖਣਾ ਪ੍ਰਭੂ ਪਰਮੇਸ਼ਰ ਦਾ ਹੈ, ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ। ਸਭ ਸ਼ਕਤੀਮਾਨ ਹੈ ਹਾਂਜੀ। ਤੇ 8 ਇੰਗਲਿਸ਼ ਵਿੱਚ ਲਿਖਿਆ ਹੈ ਆਈ ਐਮ ਦ ਅਲਫਾ ਐਂਡ ਓਮੇਗਾ ਸੇਜ਼ ਦ ਲਾਰਡ ਗॉड who is and who was and who is to come the almighty। ਸੋ ਪਿਤਾ ਦੇ ਲਈ ਅਸੀਂ ਇਸ ਇਸ ਟਾਈਟਲ ਨੂੰ ਸਿਰਫ ਅਲਫਾ ਓਮੇਗਾ ਤੇ ਹੀ ਉਹਦੇ ਉਹ ਪਿਤਾ ਲਈ ਵੀ ਕੁਝ ਵਰਸਿਸ ਨੋਟ ਕਰ, ਇਹ ਯਿਸੂ ਦਾ ਹੈਗਾ ਨਾ, ਇਹ ਸਿਰਫ ਯਿਸੂ ਦਾ ਹਾਲਾ ਬਿਆਨ। ਹੁਣ ਪਿਤਾ ਲਈ ਵੀ ਆਲਮਾਈਟੀ ਗॉड ਕਿਸ ਤਰ੍ਹਾਂ ਹੈਗਾ, ਉਹ ਵੀ ਲਿਖ ਲਓ। ਰੈਵਲੇਸ਼ਨ ਸ਼ਾਇਦ ਅੱਗੇ ਸਟੱਡੀ ਸਾਨੂੰ ਕੰਮ ਆ ਜਾਏ, ਜਾਂ ਬਾਅਦ ਕਰ ਲੋਕ ਕੁਐਸਚਨ ਕਰਦੇ ਕਿ ਯਾਰ ਉਹ ਤੇ ਸ਼ਕਤੀਮਾਨ ਹੈ, ਸਭ ਸ਼ਕਤੀਮਾਨ ਨਹੀਂ ਹੈ, ਯਾਨੀ ਆਲਮਾਈਟੀ ਗॉड ਨਹੀਂ ਹੈ, ਠੀਕ ਹੈ। ਸੋ ਪਿਤਾ ਲਈ ਲਿਖ ਲਓ ਇਹ ਕਿੱਥੇ ਇਸਤੇਮਾਲ ਹੋਇਆ ਹੈ ਰੈਵਲੇਸ਼ਨ ਵਿੱਚ, ਅਸੀਂ ਦੇਖ ਰਹੇ ਹਾਂ 4 ਦੀ 8, ਰੈਵਲੇਸ਼ਨ 4 ਦੀ 8, ਇਹ ਆਲਮਾਈਟੀ ਦੀ ਹਵਾਲੇ ਨੇ, ਠੀਕ ਹੈ। ਥੋੜਾ ਜਿਹਾ ਉਹਦੇ ਨਾਲ ਮੈਂ ਚਾਹ ਰਿਹਾ ਵੀ ਕਲੀਅਰ ਹੋਵੇ। ਤੇ 11 ਦੀ 17 ਰੈਵਲੇਸ਼ਨ ਦੇ ਨੇ ਸਾਰੇ ਜੀ, ਤੇ 15 ਦੀ 3 11 17 15 ਦੀ 3 ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਉਹ ਮੁਕਾਸ਼ਵਾ 16 ਦੀ 7ਵੀਂ ਤੇ 14ਵੀਂ 14th ਵਰਸ, ਹਾਂ 16 ਦੀ 7 ਤੇ 14 14 ਤੇ 19 ਦੀ 15 19 ਦੀ 15 ਤੇ 21 ਦੀ 22 21 ਦੀ 22। ਇਹ ਹਵਾਲੇ ਦੱਸਦੇ ਨੇ ਕਿ ਪਿਤਾ ਪਰਮੇਸ਼ਵਰ ਵੀ ਆਲਮਾਈਟੀ ਗॉड ਹੈ, ਠੀਕ ਹੈ। ਹੁਣ ਇੱਥੇ ਜਿੱਥੇ ਖੁਦਾਵੰਦ ਯਿਸੂ ਮਸੀਹ ਜਿਹੜੇ ਨੇ ਨਾ, ਉਹ ਆਪਣੇ ਆਪ ਨੂੰ ਕੀ ਕਹਿੰਦੇ ਨੇ, ਨਿਸ਼ਾਨਦੇਹੀ ਕਰਦੇ ਨੇ, ਆਇਡੈਂਟੀਫਾਈ ਕਰਦੇ ਨੇ, ਔਰ ਉਹਨਾਂ ਨੇ ਇਹ ਇਸ ਲਈ ਕਿਹਾ ਆਈ ਐਮ, ਕਿਉਂਕਿ ਪੁਰਾਣੇ ਜ਼ਮਾਨੇ 'ਚ ਤੇ ਵੈਸੇ ਵੀ ਯਹੋਵਾ ਪਾਕ ਖੁਦਾ, ਜਿੱਥੇ ਇਹ ਟਾਈਟਲ ਜਿਹੜਾ ਹੈ ਨਾ ਸਿਰਫ ਤ੍ਰਿਏਕ ਪਰਮੇਸ਼ਵਰ ਹੀ ਯੂਜ਼ ਕਰ ਸਕਦਾ, ਹੋਰ ਨਹੀਂ। ਤੇ ਪ੍ਰਭੂ ਯਿਸੂ ਮਸੀਹ ਤੇ ਦੇ ਧਾਰ ਕੇ ਆਏ ਸਨ ਨਾ, ਲੇਕਿਨ ਇੱਕ ਲਿਹਾਜ਼ ਨਾਲ ਉਹਨਾਂ ਇਹ ਵੀ ਆਈ ਐਮ ਕਿਹਾ ਗਿਆ। ਸੋ ਇਸ ਲਈ ਕਿ ਤਾਂ ਕਿ ਉਹ ਵੀ ਦੱਸਣ ਕਿ ਮੈਂ ਵੀ ਐਕਚੁਅਲੀ ਸ਼ਬਦ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ ਤੇ ਸ਼ਬਦ ਹੀ ਪਰਮੇਸ਼ਵਰ ਸੀ। ਸੋ ਆਈ ਐਮ ਇਸ ਲਈ ਉਹ ਵਿੱਚ ਚੇਤੇ ਕਰਾਈ ਆ ਰਹੇ ਨੇ ਯਹੂਨਾ ਨੂੰ, ਕਿ ਦੱਸਿਆ ਲੋਕਾਂ ਨੂੰ ਵੀ ਮੈਂ ਵੀ ਸਭ ਸ਼ਕਤੀਮਾਨ ਆਲਮਾਈਟੀ ਗॉड ਹਾਂ ਆਈ ਐਮ। ਤੋ ਇਸ ਲਈ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਹੈ ਕਿ ਪ੍ਰਭੂ ਯਿਸੂ ਤੇ ਪਿਤਾ ਦਾ ਜਿਹੜਾ ਸਦਾ ਦਾ ਰਾਜ ਹੈ ਜਾਂ ਇਟਰਨਿਟੀ ਅਬਦੀਅਤ ਦੇ ਵਿੱਚ ਇੱਕੋ ਹੀ ਤਖਤ ਹੈ। ਇਸ ਲਈ ਹੈ ਕਿ ਇਹ ਟਾਈਟਲ ਹੈ ਤੇ ਉਹ ਇਕੱਠੇ ਨੇ ਨਾ, ਠੀਕ ਹੈ। ਸੋ ਇਹ ਕੁਝ ਹਵਾਲੇ ਦੇ ਵਿੱਚ ਪ੍ਰਭੂ ਯਿਸੂ ਨੇ ਜਿਸ ਤਰ੍ਹਾਂ ਨਹੀਂ ਸੀ ਉਹ ਯਹੂਨਾ 8 ਦੀ 24 ਲਿਖ ਲਓ, ਯਹੂਨਾ 8 ਦੀ 24 ਤੇ 58 58, ਫਿਰ ਜੌਨ 18 ਦੀ 6, ਠੀਕ, ਯਾਨੀ ਜਿੱਥੇ ਉਹ ਨਹੀਂ ਇਸ ਤੋਂ ਪਹਿਲੇ ਕਿ ਇਬਰਾਹਿਮ ਪੈਦਾ ਹੋਇਆ ਆਇਆ ਮੈਂ ਹੂੰ ਮੈਂ ਹਾਂ, ਜਾਂ ਫਿਰ ਪ੍ਰਭੂ ਯਿਸੂ ਮਸੀਹ ਗਤਸਮਨੀ ਬਾਗ ਵਿੱਚ ਸਾਨੂੰ ਜਿਹੜਾ 18ਵਾਂ ਚੈਪਟਰ ਹੈ ਨਾ ਯਹੂਨਾ ਦਾ, ਤੇ ਉਹਦੇ ਵਿੱਚ ਉਹ ਜਦੋਂ ਯਹੂਦਾ ਸਕਰੂਤੀ ਫੜਨ ਲਈ ਆਇਆ ਤੇ ਉਹ ਚੂੰਕਿ ਸ਼ਾਮ ਦਾ ਵੇਲਾ ਸੀਗਾ ਤੇ ਉਹ ਤੁਹਾਨੂੰ ਪਤਾ ਬਾਗ ਸੀ ਤੇ ਉਹਦੇ ਵਿੱਚ ਉਹ ਇਕੱਠੇ ਹੀ ਨਜ਼ਰ ਆ ਰਹੇ ਸਨ, ਸਾਰਿਆਂ ਦੇ ਡਰੈਸ ਤੇ ਇੱਕੋ ਹੀ ਸਨ, ਤੇ ਉਹ ਫਿਰ ਹਨੇਰਾ ਸੀ ਤੇ ਉੱਥੇ ਫਿਰ ਪ੍ਰਭੂ ਉਹ ਯਿਸੂ ਨੇ ਕਿਹਾ ਉਹ ਕਿਹਨੂੰ ਢੂੰਡਦੇ ਹੋ, ਉਹਨਾਂ ਕਿਹਾ ਯਿਸੂ ਨੂੰ, ਇਹਦਾ ਮਤਲਬ ਉਹ ਪਛਾਣਿਆ ਨਹੀਂ ਸੀ। ਫਿਰ ਉਹਨੇ ਕਿਹਾ ਆਇਆ ਮੈਂ ਹਾਂ, ਉਹ ਡਿੱਗ ਪਏ ਪਿੱਛੇ। ਸੋ ਮਤਲਬ ਇਹ ਵੇ ਕਿ ਫਿਰ ਕੂਚ ਦੇ ਵਿੱਚ ਵੇਖ ਲਓ ਕਿ ਆਈ ਐਮ ਤੇ ਇਸ ਲਈ ਕਰ ਰਹੇ ਹਾਂ ਕਿ 3 ਦੀ 6 ਤੇ 14, ਠੀਕ ਹੈ। ਕੂਚ ਦੇ ਵਿੱਚ ਕੂਚ 8 ਦੀ ਨਹੀਂ ਸੌਰੀ 3 ਚੈਪਟਰ ਹੈ, ਹਾਂ 3 ਦੀ 6ਵੀਂ ਤੇ 14ਵੀਂ, ਠੀਕ ਹੈ ਸਰ, ਠੀਕ ਹੈ ਹਾਂਜੀ। ਤੇ ਉਂਝ ਇਹ ਅਗਰ ਤੁਸੀਂ ਚਾਹੁੰਦੇ ਹੋ ਤੇ ਮਜ਼ੀਦ ਹੋਰ ਹਵਾਲੇ ਪ੍ਰਭੂ ਯਿਸੂ ਮਸੀਹ ਲਈ ਤੁਸੀਂ ਨੋਟ ਕਰ ਲਓ ਕਿ ਅਬਰਾਨੀਆਂ 1 ਦੀ
8 ਸੌਰੀ ਅਜ਼ਾਇਆ ਵਿੱਚ ਚਲੇ ਜਾਓ, ਅਜ਼ਾਇਆ 9 ਦੀ 6 ਤੇ 7 ਵਿੱਚ। ਇਹਦਾ 9 ਦੀ 6-7 ਹਾਂ ਇੱਥੇ ਵੀ ਉਹ ਹੈਗਾ। ਉਹਦੇ ਬਾਅਦ ਯੋਹੰਨਾ ਸਨ ਯੋਹੰਨਾ 1 ਦੀ 1 ਤੇ 2 ਆਦਿ ਵਿੱਚ ਸ਼ਬਦ ਸੀ, ਹੈ ਨਾ। ਤੇ ਫਿਰ ਜੌਨ 20 ਦੀ 28 20 ਦੀ 28 ਜੀ। ਤੇ ਹਿਬਰੂ ਚੈਪਟਰ 1 ਵਰਸ 8। ਠੀਕ ਹੈ, ਠੀਕ ਇਹ ਹੋ ਗਿਆ। ਤੇ ਪਵਿੱਤਰ ਆਤਮਾ ਵੀ ਗੋਡ ਹੈਗਾ, ਉਹ ਵੀ ਲਿਖ ਲਓ ਤਾਂ ਕਿ ਮਤਲਬ ਹੈ ਸਾਨੂੰ ਆਸਾਨੀ ਹੋ ਜਾਏ। ਤੇ ਚੇਲਿਆਂ ਦੇ ਕਰਤੱਵ 5 ਦੀ 3, ਠੀਕ ਹੈ, ਚੇਲਿਆਂ ਦੇ ਕਰਤੱਵ 5 ਦੀ 3 ਦੇ ਵਿੱਚ ਜੀ। ਤੇ ਐਕਚੁਅਲੀ ਇਹ ਖੁਦਾ ਦਾ ਨਾਮ ਸਿੰਗੂਲਰ ਹੈ, ਲੇਕਿਨ ਗ੍ਰਾਮਰ ਦੇ ਵਿੱਚ ਦੇਖੋ ਪਲੂਰਲ ਹੈ ਇਸ ਲਈ। ਸੋ ਹੈ ਐਲੋਹੀਮ ਇਜ਼ ਪਲੂਰਲ ਹੈ। ਅੱਛਾ, ਤੇ ਪਿਤਾ ਵੀ ਗੋਡ ਹੈਗਾ, ਇਹ ਵੀ ਦੇਖ ਲਓ, ਪਹਿਲਾ ਕਰੰਥੀਆਂ 8 ਦੀ 6 ਤੇ ਮਲਾਕਾਈ 2 ਦੀ 10। ਕਮ ਸੇ ਕਮ ਇਹ ਆਈਡੀਆ ਮਿਲ ਸਕਦਾ ਕਿ ਇਹ ਤਿੰਨਾਂ ਕੋਲੋਂ ਇੱਕ ਟਾਈਟਲ ਹੈਗਾ ਕਿ ਇਹ ਗੋਡ ਹੈਗਾ। 3 ਗੋਡ ਨਹੀਂ ਹੈ ਬਲਕਿ ਡਿਵਾਈਨ ਪਰਸਨਸ ਨੇ, ਲੇਕਿਨ ਇਹ ਗੋਡ, ਠੀਕ ਹੈ। ਸੋ ਉਹਦੇ ਬਾਅਦ ਸਰ ਅਸੀਂ ਇਹ ਦੇਖ ਰਹੇ ਹਾਂ ਕਿ ਅਗਲਾ ਹੈ ਕਿ ਇਹ ਬਿਗਨਿੰਗ ਤੇ ਐਂਡ ਜਾਂ ਇਬਤਦਾ ਤੇ ਇੰਤਹਾ। ਤੇ ਪੁਰਾਣੇ ਨੇਮ ਦੇ ਵਿੱਚ ਖੁਦਾ ਲਈ ਵੀ ਇਹ ਟਾਈਟਲ ਯੂਜ਼ ਹੋਇਆ ਨਾ, ਜਿਹੜਾ ਇੱਥੇ ਯਿਸੂ ਮਸੀਹ ਕਹਿ ਰਹੇ ਨੇ। ਹਾਂ, ਮਤਲਬ ਆਦ ਤੇ ਅੰਤ ਪੰਜਾਬੀ। ਹਾਂ, ਪੁਰਾਣੇ ਨੇਮ ਵਿੱਚ ਇਹ ਵੀ ਸ਼ੁਰੂ ਹੈ। ਯਸਾਇਆ 41 ਦੀ 4 ਇਜ਼ਾਇਆ 41 ਦੀ 4 ਜਾਂ 43 ਦੀ 10, ਇਹ ਇਜ਼ਾਇਆ ਦੇ ਕੁਝ ਹੈ। 43 ਦੀ 10 ਤੇ 44 ਦੀ 6, 44 ਦੀ 6, ਹਾਂ, ਤੇ 48 ਦੀ 12, 48 ਦੀ 12 ਤੇ ਇਹ ਹੈਗਾ ਇਹ ਬਿਗਨਿੰਗ ਹੈ। ਤੇ ਖੁਦਾਵੰਦ ਯਿਸੂ ਮਸੀਹ ਜਿਹੜੇ ਨੇ ਉਹਨੇ ਯੂਹੰਨਾ ਨੂੰ ਵੀ ਇਹ ਟਾਈਟਲ ਇੰਟਰੋਡਿਊਸ ਕੀਤਾ ਹੈ, ਰੈਵਲੇਸ਼ਨ 1 ਦੀ 11। ਇਹ ਸਿਰਫ ਹੁਣ ਗੱਲ ਹੋ ਰਹੀ ਹੈ ਬਿਗਨਿੰਗ ਤੇ ਐਂਡ, ਇਬਤਦਾ ਤੇ ਇੰਤਹਾ, ਠੀਕ ਹੈ। ਹੁਣ ਪ੍ਰਭੂ ਯਿਸੂ ਨੇ ਵੀ ਇਹ ਟਾਈਟਲ, ਇਸ ਲਈ ਹੀ ਇਜ਼ ਗੋਡ ਟੂ। ਅੱਛਾ, ਉਹਨੇ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ 1 ਦੀ 11 ਤੇ 17, ਠੀਕ ਹੈ। ਸੋ ਇਸ ਲਿਹਾਜ਼ ਨਾਲ ਇਸ ਵਰਸ ਵਿੱਚ ਅਸੀਂ ਦੇਖਿਆ ਕਿ ਉਹ ਸ਼ੁਰੂ ਹੈ, ਅਖੀਰ ਹੈ, ਅਲਫਾ ਓਮੇਗਾ, ਹੈ ਨਾ। ਇਹ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਆਪ ਨੂੰ ਯੂਹੰਨਾ ਨੂੰ ਆਇਡੈਂਟੀਫਾਈ ਕੀਤਾ ਜਾਂ ਨਿਸ਼ਾਨਦੇਹੀ ਕੀਤੀ, ਮੈਂ ਵੀ ਉਹੀ ਹਾਂ ਜਿਹੜਾ ਤੇਰੇ ਨਾਲ ਗੱਲ ਕਰ ਰਿਹਾ, ਠੀਕ। ਇਹਦੇ 'ਚ ਕੋਈ ਸਵਾਲ ਹੋਵੇ? ਨਹੀਂ ਜੀ, ਤੁਸੀਂ ਮੈਂ ਅਲਫਾ ਤੇ ਓਮੇਗਾ, ਪਹਿਲਾ ਤੇ ਪਿਛਲਾ, ਆਦ ਤੇ ਅੰਤ, ਤਿੰਨਾਂ ਨੂੰ ਤੁਸੀਂ ਹਾਂਜੀ ਐਕਸਪਲੇਨ ਕਰ ਦਿੱਤਾ ਹੈਗਾ। ਹਾਂਜੀ, ਉਸ ਤੋਂ ਇਲਾਵਾ ਇਹ ਵੀ ਦੱਸ ਦਿੱਤਾ ਗਿਆ। ਹਾਂਜੀ, ਹਾਂ, ਮੈਂ ਅਲਫਾ ਤੇ ਓਮੇਗਾ, ਪਹਿਲਾ ਤੇ ਪਿਛਲਾ ਉਹ ਸੇ ਇੱਕ ਮਤਲਬ ਜੀ, ਲੇਕਿਨ ਇੰਗਲਿਸ਼ ਵਿੱਚ ਦੇਖ ਲਓ। ਹਾਂ, ਤਾਂ ਕਿ ਤੁਸੀਂ ਕਲੀਅਰ ਹੋ ਜਾਓ, ਅਸੀਂ ਵੀ ਕਲੀਅਰ ਹੋ। ਹਾਂਜੀ, ਇਹਦੇ ਵਿੱਚ ਹੈਗਾ ਜੀ 22 ਦੀ 13 ਦੇ ਵਿੱਚ, ਠੀਕ ਹੈ। ਇਹ ਸਗਾ ਚ ਕਿਹਾ, ਆਈ ਐਮ ਦੀ ਅਲਫਾ ਐਂਡ ਓਮੇਗਾ, ਅਲਫਾ ਐਂਡ ਓਮੇਗਾ, the first and the last, the beginning and the end, ਠੀਕ ਹੈ। ਹਾਂਜੀ, ਮਤਲਬ ਸ਼ੁਰੂ ਵੀ ਹੈ ਤੇ ਅੰਤ ਵੀ ਹੈ, ਠੀਕ ਹੈ ਨਾ, ਗੱਲ ਤੇ ਹਾਂਜੀ, ਮਤਲਬ ਸਾਰਾ ਕੁਝ ਮੇਰੇ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਮੇਰੇ ਤੋਂ ਹੀ ਇੱਥੇ ਆਉਂਦਾ, ਮੇਰੇ ਤੋਂ ਖਤਮ ਨਹੀਂ ਹੁੰਦਾ ਬਲਕਿ ਯਾ ਬਿਲਕੁਲ ਠੀਕ ਹੈ। ਮਤਲਬ ਇਹ ਵੇ ਕਿ ਅਗਰ ਜਿਹੜੀ ਗੱਲ ਤੁਸੀਂ ਬੋਲਣ ਲੱਗੇ ਸੋ ਥੋੜਾ ਜਿਹਾ ਤੇ ਉਹ ਵੀ ਇੱਕ ਆਇਤ ਲੈ ਲਓ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਕਹੀਏ ਕਿ ਉਹਦਾ ਵੀ ਕੋਈ ਐਂਡ ਹੈਗਾ ਹੈ, ਉਹਦਾ ਵੀ ਕੋਈ ਐਂਡ ਹੈਗਾ। ਸੋ ਉਹ ਵਰਸ ਮੈਂ ਚਾਹਾਂਗਾ ਕਿਉਂਕਿ ਉਹ ਵੀ ਕਲੀਅਰ ਹੋ ਜਾਏ, ਹੈ। ਹਾਂਜੀ, ਠੀਕ ਹੈ ਸਰ। ਉਹ ਅਜ਼ਾਇਆ ਦੇ ਵਿੱਚ ਜਾਓ ਤੇ ਇਹਦੇ ਵਿੱਚ ਇੱਕ ਵਰਸ ਢੂੰਢ ਲੈਂਦੇ ਹਾਂ, ਜਲਦੀ ਤੇ ਨਹੀਂ ਕੋਈ? ਨਹੀਂ ਜੀ, ਅੱਛਾ, ਹਾਲੇਲੂਇਆ। ਐਂਡ ਤੇ ਆਪਾਂ ਗੱਲ ਕਰ ਰਹੇ ਹਾਂ। ਹਾਂਜੀ, ਮਤਲਬ ਇਹ ਕਿ ਬਾਜ਼ ਗੱਲ ਕਹਿੰਦੇ ਆ ਜਿੱਥੇ ਵਰਡਿੰਗ ਵਿੱਚ ਯੂਜ਼ ਹੋ ਜਾਂਦਾ ਨਾ ਜੀ, ਮੈਂ ਸ਼ੁਰੂ ਤੇ ਅਖੀਰ
ਤੇ ਕਿਧਰੇ ਇਹ ਨਾ ਹੋਵੇ ਜੇ ਉਹ ਮੇਰਾ ਮਤਲਬ ਹਾਂ। ਮੈਂ ਸ਼ੁਰੂ ਤੋਂ ਅਖੀਰ ਮਤਲਬ ਸਭ ਕੁਝ ਮੇਰੇ ਤੋਂ ਹੀ ਸ਼ੁਰੂ ਹੁੰਦਾ ਤੇ ਸਭ ਕੁਝ ਜੋ ਕੁਝ ਵੀ ਖਤਮ ਵੀ ਹੁੰਦਾ, ਮਤਲਬ ਜੀ। ਕ੍ਰੀਏਸ਼ਨ ਤੇ ਡਿਸਟਰਕਸ਼ਨ ਸਾਰਾ ਕੁਝ ਉਹਦੇ ਹੱਥ ਵਿੱਚ ਹੈ। ਉਹਦੇ ਹੱਥ 'ਚ ਹੀ ਹੈ ਤੇ ਉਹ ਹੀ ਜਿਹੜਾ ਨਾ ਇਹਦਾ ਸੁੰਬਾ ਹੈਗਾ ਹਾਂ ਜਾਂ ਸੋਰਸ ਹੈਗਾ। ਠੀਕ ਹੈ। ਸੋ ਉਹ ਵਰਸ ਇਹ ਹੀ ਹੈ ਕਿ ਪਤਾ ਨਹੀਂ ਉਹ ਵਰਸ ਨਿਕਲ ਗਈ। ਐਨੀਵੇ ਇਹਦੇ ਵਿੱਚ ਕੋਈ ਹੋਰ ਅਗਰ ਤੁਹਾਡਾ ਸਵਾਲ ਹੈ ਤੇ ਨਹੀਂ ਜੀ ਬਸ ਠੀਕ ਹੈ ਜੀ। ਇਹ ਠੀਕ ਹੈ ਸਰ। ਹਾਂ ਹਾਂ ਤੇ ਫਿਰ ਮੇਰੇ ਖਿਆਲ ਹੈ ਅਗਲੀ ਆਇਤ ਚਲੀਏ। ਹਾਂ ਆਪਾਂ ਫਿਰ 14ਵੀਂ ਆਇਤ ਪੜ੍ਹੀਏ ਜੀ। ਮੇਰੇ ਖਿਆਲ ਹੈ 14ਵੀਂ ਆਇਤ ਤੁਸੀਂ ਕਰ ਦਿਓ, ਪੜ੍ਹ ਦਿਓ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਂਜੀ 14ਵੀਂ ਆਇਤ ਵਿੱਚ ਸਾਨੂੰ ਲਿਖਿਆ ਹੈ ਜੀ। ਧੰਨ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ ਹਾਂ ਕਿ ਉਹਨਾਂ ਨੂੰ ਜੀਵਨ ਦੇ ਬ੍ਰਿਸ਼ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ। ਵਾਜਿਬਾ ਆਪਾਂ ਇਹ ਇੰਗਲਿਸ਼ ਵਿੱਚ ਵੀ ਪੜ੍ਹ ਦਿਓ। ਹਾਂ ਇਹ ਆਪਾਂ ਕਈ ਵਾਰੀ ਇਹ ਆਪਾਂ ਇਸਤੇਮਾਲ ਕੀਤਾ। ਹਾਲੇਲੂਇਆ ਪ੍ਰੇਜ਼ ਦ ਲਾਰਡ ਪ੍ਰੇਜ਼ ਦ ਲਾਰਡ ਆਮੇਨ ਆਮੇਨ। ਹਾਂਜੀ ਇਹ ਜੀ ਇੰਗਲਿਸ਼ ਵਿੱਚ ਵੀ ਸਾਰੇ ਇਹਨੂੰ ਪੜ੍ਹ ਦਿਓ ਜੀ। ਆਪਾਂ ਹੈਗਾ ਜੀ ਪ੍ਰਕਾਸ਼ ਦੀ ਪੁਸਤਕ ਹਾਲੇਲੂਇਆ ਰੈਵਲੇਸ਼ਨ 22:14 ਜੀ। Blessed are those who wash their robes that they may have the right to the tree of life and may go through the gates into the city। ਹਾਂਜੀ। ਅੱਛਾ ਇਹ ਉਹਨਾਂ ਲੋਕਾਂ ਲਈ ਕਿਹਾ ਗਿਆ ਹੈ ਜਿਨ੍ਹਾਂ ਦਾ ਨਵਾਂ ਜੀਵਨ ਮਿਲ ਗਿਆ, ਜਿਹਨੂੰ ਨਈ ਪੈਦਾਇਸ਼ ਹੋ ਗਈ ਹੈ ਜਾਂ ਬੌਰਨ ਅਗੇਨ ਹੋ ਚੁੱਕੇ ਨੇ ਤੇ ਪਰਮੇਸ਼ਵਰ ਦੀ ਮਰਜ਼ੀ ਉੱਤੇ ਚੱਲਦੇ ਨੇ। ਮਤੀ 7:21 ਤੋਂ 23 ਦੇ ਵਿੱਚ ਖੁਦਾਵੰਦ ਯਿਸੂ ਮਸੀਹ ਨੇ ਇੱਕ ਗੱਲ ਕੀਤੀ ਸੀ। ਉਹ ਜਿਹੜੇ ਮੈਨੂੰ ਆਏ ਖੁਦਾਵੰਦ ਆਏ ਪ੍ਰਭੂ ਪ੍ਰਭੂ ਕਹਿੰਦੇ ਨੇ ਉਹ ਸਾਰੇ ਜਿਹੜੇ ਨੇ ਨਾ ਉਹ ਸਵਰਗਾਂ ਦੇ ਰਾਜ ਵਿੱਚ ਦਾਖਲ ਨਹੀਂ ਹੋਣਗੇ। ਠੀਕ ਹੈ। ਸੋ ਯਾਨੀ ਉਹ ਜਿਹੜੇ ਉਹਦੇ ਪਿਤਾ ਦੀ ਮਰਜ਼ੀ ਨੂੰ ਪੂਰੀਆਂ ਕਰਦੇ ਨੇ। ਇਹ ਜਿਹੜਾ ਨਾ ਯਹੋਨਾ 14:23 ਵਰਸ ਵਿੱਚ ਖੁਦਾਵੰਦ ਯਿਸੂ ਮਸੀਹ ਨੇ ਇਹ ਗੱਲ ਕੀਤੀ ਹੈ। ਉਹਨਾਂ ਕਿਹਾ ਯਾਰ ਜੇ ਤੁਸੀਂ 14 ਦੀ ਕੀ ਦੱਸਿਆ ਸੀ 23 ਓਕੇ 23 ਹੈ। ਹਾਂਜੀ ਇਹਦੇ ਦੀ ਚੱਕਰ ਹੁੰਦਾ। ਹਾਂਜੀ ਅੱਛਾ ਜੀ। ਇਹ ਉੱਥੇ ਖੁਦਾਵੰਦ ਯਿਸੂ ਮਸੀਹ ਨੇ ਕਿਹਾ, ਕਈ ਕਹਿੰਦੇ ਨੇ ਜੀ ਪ੍ਰਭੂ ਯਿਸੂ ਮਸੀਹ ਅਸੀਂ ਤੈਨੂੰ ਪਿਆਰ ਕਰਨੇ ਆ। ਉਹ ਕਹਿੰਦਾ ਬਈ ਮੈਨੂੰ ਪਿਆਰ ਉਹ ਕਰਦਾ ਜਿਹੜੇ ਮੇਰੇ ਆਗਿਆ ਦਾ ਪਾਲਣਾ ਕਰਦਾ ਹੈ ਤੇ ਮੇਰੇ ਵਚਨ ਨੂੰ ਪੜ੍ਹਦਾ ਤੇ ਉਹਦੇ ਮੁਤਾਬਿਕ ਜ਼ਿੰਦਗੀ ਬਤੀਤ ਕਰਦਾ ਹੈ। ਠੀਕ ਹੈ। ਤੇ ਫਿਰ ਕਹਿੰਦਾ ਹੈ ਕਿ ਮੇਰਾ ਪਿਤਾ ਬਹੁਤ ਖੁਸ਼ ਹੁੰਦਾ ਹੈ। ਦੇਖੋ ਪ੍ਰਭੂ ਯਿਸੂ ਦੀ ਵੀ ਇਹੀ ਸੀ ਕਿ ਉਹ ਆਪਣੇ ਪਿਤਾ ਨੂੰ ਉੱਚਾ ਕਰਨ ਲਈ ਆਇਆ ਤੇ ਉਹਦੀ ਹੀ ਗੁੱਡ ਨਿਊਜ਼ ਦੱਸਣ ਡਿਆ ਹੈ ਨਾ, ਲੋਕਾਂ ਨੂੰ ਦੱਸ ਰਿਹਾ। ਕਿਉਂਕਿ ਸੰਤ ਯੋਹੰਨਾ 1:18 ਦੇ ਵਿੱਚ ਨਹੀਂ ਸੀ ਕਿ ਪ੍ਰਭੂ ਯਿਸੂ ਮਸੀਹ ਨੇ ਦੇ ਕਿਉਂ ਉਤਾਰਿਆ ਤਾਂ ਜੇ ਉਸ ਪਰਮੇਸ਼ਵਰ ਨੂੰ ਇਸ ਦੁਨੀਆ 'ਤੇ ਜ਼ਾਹਿਰ ਕਰੇ। ਠੀਕ ਹੈ। ਇਹ ਵੀ ਇੱਕ ਮਕਸਦ ਸੀ। ਸੋ ਅਸੀਂ ਜਿੱਥੇ ਦੇਖ ਰਹੇ ਹਾਂ ਕਿ ਉਹਦੇ ਹੁਕਮਾਂ 'ਤੇ ਅਮਲ ਕਰਨ ਦੀ ਬੜੀਆਂ ਹੀ ਆਇਤਾਂ ਜੇ ਯਹੋਨਾ ਸੰਤ ਯਹੋਨਾ 13:15 ਦ ਬੁੱਕ ਆਫ ਰੈਵਲੇਸ਼ਨ ਹੈ ਨਾ ਮੁਕਾਸ਼ਵਾ ਤੇ ਰੈਵਲੇਸ਼ਨ 12:17 ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਤੇ 14:12 ਪ੍ਰਕਾਸ਼ ਦੀ ਪੋਥੀ 14:12। ਠੀਕ ਹੈ। ਤੇ ਫਿਰ ਬਹੁਤ ਜਗ੍ਹਾ ਖੁਦਾਵੰਦ ਯਿਸੂ ਮਸੀਹ ਚੇਤੇ ਕਰਵਾ ਰਹੇ ਨੇ, ਉਹ ਵੀ ਹਵਾਲੇ ਲਿਖ ਲਓ ਕਿ ਉਹਦੇ ਹੁਕਮਾਂ 'ਤੇ ਅਮਲ ਕਰਨਾ ਹੈ। ਸੁਣਨੇ ਵਾਲੇ ਨਹੀਂ ਬਲਕਿ ਉਹਦੇ 'ਤੇ ਅਮਲ ਕਰਨਾ, ਉਹ ਵੀ ਲਿਖ ਲਓ। ਸੰਤ ਯਹੋਨਾ 14:15 ਤੇ ਫਿਰ 20 ਤੋਂ 23 ਆਏ। ਠੀਕ ਹੈ। ਠੀਕ ਹੈ। ਅੱਛਾ ਹੁਣ ਉਹਦੇ ਹੁਕਮਾਂ 'ਤੇ ਅਮਲ ਕਰਾਉਣ ਦੇ ਲਈ ਠੀਕ ਪਵਿੱਤਰ ਆਤਮਾ ਇਸੇ ਲਈ ਸਾਨੂੰ ਦਿੱਤਾ ਗਿਆ। ਦੂਸਰਾ ਸਾਇ ਕਿ ਉਹ ਸਾਨੂੰ ਪ੍ਰਭੂ ਯਿਸੂ ਤੇ ਪਿਤਾ ਦੇ ਮੁਤਲਕ ਹੋਰ ਉਸ ਰਿਸ਼ਤੇ 'ਚ ਮਦਦ ਕਰੇ ਕਿ ਉਹ ਹੈਗੇ ਕੌਣ ਨੇ ਤੇ ਕਿੰਜ ਅਸੀਂ ਉਹਦੇ ਵਚਨ ਨੂੰ ਤੇ ਅਮਲ ਕਰਨਾ ਹੈ। ਪਹਿਲਾ ਯਹੋਨਾ ਨੇ ਯਹੋਨਾ ਦੀ ਪਹਿਲੀ ਪੱਤਰੀ 1 ਜੌਨ ਪਹਿਲਾ ਯਹੋਨਾ 3:24
ਤੇ ਉਹ ਪਾਕ ਰੂਹ ਦਾ ਇਹ ਕੰਮ ਹੈ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਪਿਤਾ ਨੂੰ, ਤੇ ਜਿਹੜਾ ਪਵਿੱਤਰ ਆਤਮਾ ਹੈ ਉਹ ਪ੍ਰਭੂ ਯਿਸੂ ਮਸੀਹ ਦੀ ਸਾਨੂੰ ਇਹ ਤਸਦੀਕ ਹੀ ਕਹਿੰਦੇ ਨੇ, ਜਾਂ ਉਹਨੂੰ ਸਮਝ ਦਿੰਦਾ ਹੈ ਕਿ ਯਿਸੂ ਤੁਹਾਡੇ 'ਚ ਵੀ ਵਸਦਾ ਹੈ, ਗਵਾਹੀ ਦਿੰਦਾ ਹੈ। ਇਹ ਤੇ ਦੇਖ ਲਓ, ਪਹਿਲਾਂ ਹੀ ਹੁਣਾ 3 ਦੀ 24 ਤੇ ਪੜ੍ਹ ਦਿਓ। ਸੋ ਇਹ ਪਾਕ ਰੂਹ ਦਾ ਕੰਮ ਹੈ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਯਿਸੂ ਤੇ ਯਿਸੂ ਸਾਡੇ ਵਿੱਚ ਨਾ ਬਣੇ ਰਹੇ ਤੇ ਗੱਲ ਬਣਦੀ ਨਹੀਂ। ਇੱਕ ਹੋਰ ਵਾਲਾ ਯਾਦ ਆ ਗਿਆ, ਯੂਹੰਨਾ 6 ਦੀ 56 ਹੈ, ਇਹ ਦੋਏ ਪੜ੍ਹ ਦਿਓ। ਇਹ ਹੋਲੀ ਕਮਿਊਨੀਅਨ ਵੀ ਅਸੀਂ ਇਸ ਲਈ ਕਹਿੰਦੇ ਹਾਂ ਕਿ ਉਹ ਸਾਡੇ ਤੇ ਅਸੀਂ ਉਹਦੇ 'ਚ ਹੀ ਕਾਇਮ ਰਹਿੰਦੇ ਹਾਂ। ਲੇਕਿਨ ਪਹਿਲਾਂ ਯੂਹੰਨਾ 3 ਦੀ 24 ਇਸ ਲਈ ਪੜ੍ਹ ਦਈਏ ਕਿਉਂਕਿ ਹੁਕਮਾਂ 'ਤੇ ਅਮਲ ਕਰਨ ਦੇ ਲਈ ਸਾਨੂੰ ਯਿਸੂ ਤੇ ਪਿਤਾ ਦੇ ਸੱਜੇ ਹੱਥ ਬੈਠਾ, ਲੇਕਿਨ ਇਹ ਪ੍ਰਕਾਸ਼ ਹੈ, ਮੁਕਾਸ਼ਵਾ ਪਾਕ ਨੂੰ ਖੋਲਦਾ ਸਾਡੇ ਤੇ ਪਿਤਾ ਤੇ ਪ੍ਰਭੂ ਯਿਸੂ ਦਾ। ਜੀ ਇੱਕ ਵਰਸ ਪੜ੍ਹ ਦਿਓ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਪਹਿਲਾ ਯੂਹੰਨਾ ਯੂਹੰਨਾ ਦੀ ਪਹਿਲੀ ਪੱਤਰੀ 3 ਦਾ 24। ਹੁਣ ਸਹੀ ਜਗ੍ਹਾ ਤੇ ਮੈਂ ਕਹਿੰਦਾ ਹੁਣ ਤੇ ਕਮਾਲ ਹਾਂਜੀ, ਹੁਣ ਸਹੀ ਜਗ੍ਹਾ ਤੇ ਹੈ। ਤੇ ਇਹ ਹੈ, ਅਤੇ ਜਿਹੜਾ ਉਸਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਇਹ ਉਸ ਦੇ ਵਿੱਚ ਅਤੇ ਉਹ ਇਸ ਵਿੱਚ ਰਹਿੰਦਾ ਹੈ। ਉਹਨੇ ਆਤਮਾ ਸਾਨੂੰ ਦਿੱਤਾ, ਇਹ ਤੋਂ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ। ਠੀਕ ਹੈ, ਇਹ ਪਾਕ ਰੂਹ ਤੋਂ ਬਗੈਰ ਨਹੀਂ ਜੇ ਯਿਸੂ ਤੇ ਪਿਤਾ ਦੇ ਮੁਤਲਕ ਅਸੀਂ ਨਾ ਤੇ ਉਸ ਰਿਸ਼ਤੇ ਨੂੰ ਸਮਝ ਸਕਦੇ, ਨਾ ਉਸ ਗਹਿਰਾਈ ਨੂੰ, ਨਾ ਉਸ ਪ੍ਰਕਾਸ਼, ਨਾ ਰੈਵਲੇਸ਼ਨ, ਨਾ ਮੁਕਾਸ਼ਵੇ। ਤੇ ਹੋਲੀ ਕਮਿਊਨੀਅਨ ਜਦੋਂ ਲੈਂਦੇ ਆ ਉਹ ਵੀ ਪੜ੍ਹ ਹੀ ਦਿਓ ਚਲੋ, ਕਿਉਂਕਿ ਇਹ ਯਿਸੂ ਦਾ ਸਾਡੇ ਵਿੱਚ ਕਾਇਮ ਰਹਿਣਾ ਬੜਾ ਜ਼ਰੂਰੀ ਹੈ ਜੀ। ਬਿਲਕੁਲ, ਉਹ ਵਿਚੋਲਾ ਵੇ, ਉਹੀ ਤੇ ਹੈ ਪਿਤਾ ਤੇ ਇਸ ਸੰਸਾਰ ਦੇ ਵਿੱਚ ਵਿਚੋਲਾ, ਤੇ ਪਵਿੱਤਰ ਆਤਮਾ ਨਾਲ ਕਰਦਾ, ਕਾਇਲ ਕਰਦਾ, ਕਨਵਿਕਟ ਕਰਦਾ ਜਾਂ ਦਿਲਾਂ ਨੂੰ ਤਿਆਰ ਕਰਦਾ ਹੈ। ਜੀ ਹਾਂਜੀ, ਯੂਹੰਨਾ 6 ਦੀ 56 ਹਾਂਜੀ, ਇਸ ਦੇ ਵਿੱਚ ਲਿਖਿਆ ਹੈ ਯੂਹੰਨਾ ਦੀ ਇੰਜੀਲ 6 ਦੀ 56 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ। ਗੱਲ ਇਹ ਚੀਜ਼ ਬੜੀ ਪੱਕੀ। ਅੱਛਾ, ਹੁਣ ਇਸ ਦਾ ਦੂਸਰਾ ਰੁਖ ਦੇਖੋ, ਜਿਹੜਾ ਕਹਿੰਦਾ ਜੀ ਮੈਂ ਯਿਸੂ ਨੂੰ ਜਾਣਨਾ ਤੇ ਉਹਦੇ ਹੁਕਮਾਂ ਨੂੰ ਨਹੀਂ ਮੰਨਦਾ, ਤੇ ਉਹਦੇ ਲਈ ਕੀ ਹੁਕਮ ਹੈ? ਤੇ ਉਹ ਬਾਈਬਲ ਦੱਸਦੀ ਉਹ ਝੂਠਾ ਨੇ ਐਵੇਂ ਕਰਦਾ ਹੈ। ਉਹ ਯਿਸੂ ਨੂੰ ਦੇ ਮੁਤਲਕ ਤੇ ਤੂੰ ਯਿਸੂ ਦੇ ਮੁਤਲਕ ਜਾਣਨਾ, ਯਿਸੂ ਨੂੰ ਨਹੀਂ ਜਾਣਦਾ। ਜੇ ਯਿਸੂ ਨੂੰ ਜਾਣੇ ਤਾਂ ਉਹਦੇ ਹੁਕਮਾਂ ਤੇ ਅਮਲ ਵੀ ਕਰੇ। ਇਹ ਗੱਲ ਯਸ਼ੂਆ ਦਾ ਵੀ ਮਤਲਬ ਕੀ ਹੁੰਦਾ ਜੀ? ਸੈਲਵੇਸ਼ਨ, ਬਚਾਉਣੇ ਵਾਲਾ। ਹਾਂਜੀ, 1 ਦੀ 8 ਵਿੱਚ ਵੀ ਕਹਿੰਦਾ ਨਾ ਕਿ ਇਹ ਜੀਵਨ ਦੀ ਪੋਥੀ ਹੈ ਤੇਰੇ ਮੂੰਹ ਤੋਂ ਨਾ ਹਟੇ, ਬਲਕਿ ਦਿਨ ਰਾਤ ਤੈਨੂੰ ਇਹਦਾ ਖਿਆਲ ਰਵੇ ਤਾਂ ਜੇ ਤੂੰ ਇਹਦੇ ਉੱਤੇ ਅਮਲ ਕਰ ਸਕੇ, ਐਕਸ਼ਨ ਕਰ ਸਕੇ ਹੈ। ਤੇ ਬੜੀ ਇhtiyat ਨਾਲ ਤੂੰ ਜਦੋਂ ਇਹਦੇ ਤੇ ਤੂੰ ਚੱਲੇਗਾ ਤੇ ਤਾਂ ਹੀ ਤੈਨੂੰ ਪ੍ਰੋਸਪਰਿਟੀ ਮਿਲੇਗੀ। ਜੀ ਬਿਲਕੁਲ। ਤੇ ਉਹ ਜਿਹੜਾ ਨਾ ਜਿਹੜਾ ਫਿਰ ਕਹਿੰਦਾ ਜੀ ਮੈਂ ਉਹਦੇ ਹੁਕਮਾਂ ਦੀ ਪਾਲਣਾ ਤਾਂ ਨਹੀਂ ਕਰ ਸਕਦਾ, ਉਹ ਯਿਸੂ ਨੂੰ ਜਾਣਨਾ। ਪਹਿਲਾ ਯੂਹੰਨਾ 2 ਦੀ 3 ਤੇ 4 ਤੇ ਪਹਿਲਾ ਯੂਹੰਨਾ ਯਾਨੀ 1 ਜੌਨ ਚੈਪਟਰ 2 ਵਰਸ 3 to 4 ਪੰਜਾਬੀ ਵਿੱਚ ਬੋਲਦਾ। ਹਾਂਜੀ, ਪਹਿਲਾ ਯੂਹੰਨਾ ਦੀ ਪਹਿਲੀ ਪੱਤਰੀ 2 ਦਾ 3 ਤੇ 4 ਤੇ ਫਿਰ ਉਹਦੇ ਬਾਅਦ ਤੁਸੀਂ ਯਕੂਬ 1 ਦੀ 21 ਇਹ ਮਤਲਬ ਤੋਂ 24 ਜੇਮਸ ਨਾ, ਜੇਮਸ 1 ਦੀ 21 ਤੋਂ 24 ਹਾਂਜੀ, ਇਹਦੇ ਵਿੱਚ ਇਹ ਹੈ। ਅੱਛਾ, ਇਹ ਜਿਹੜਾ ਹੁਣ ਲਿਖਿਆ ਨਾ ਪ੍ਰਕਾਸ਼ ਦੀ ਪੋਥੀ 22 ਦੀ 14 ਆਇਤ ਪੜ੍ਹ ਰਹੇ ਹਾਂ, ਇਹ ਜਿਹੜੀ ਧੰਨ ਹੋਣ ਨੇ ਜਿਹੜੇ ਆਪਣੇ ਵਸਤਰ ਧੋਂਦੇ ਨੇ, ਇਹ ਜਿਹੜੀ ਬਾਈਬਲ ਦੇ ਵਿੱਚ ਜਿਹੜੀਆਂ 7 ਬਲੈਸਿੰਗਸ ਨੇ ਉਹਨਾਂ ਵਿੱਚੋਂ ਇੱਕ ਇਹ ਵੀ ਹੈ। ਠੀਕ ਹੈ, ਹੁਣ ਇੱਥੇ ਇਸ ਵਰਸ ਵਿੱਚ 2 ਇਟਰਨਲ ਰਾਈਟਸ ਨੂੰ ਕੀ ਕਹਿ ਲਓ, ਪਿਆਰ ਜਾਂ 2 ਸਦਾ ਇਟਰਨਲ ਰਾਈਟਸ ਹੋਣੇ, ਅਬਦੀ ਸਦੀਪਕ ਜਿਹੜੇ ਨੇ ਨਾ ਹੱਕ ਦਿੱਤਾ ਗਿਆ ਵਿਸ਼ਵਾਸੀਆਂ ਨੂੰ। ਨੰਬਰ 1
ਕਿ ਵੀ ਜ਼ਿੰਦਗੀ ਦੇ ਦਰਖਤ ਦੇ ਕੋਲ ਆਉਣ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਜਾਏਗਾ ਜਾਂ ਇਖਤਿਆਰ। ਠੀਕ ਹੈ। ਨੰਬਰ 2, ਤੇ ਨਏ ਯਰੂਸ਼ਲਮ ਦੇ ਵਿੱਚ ਦਾਖਲ ਹੋਣ ਦਾ ਵੀ ਹੱਕ ਉਹਨਾਂ ਨੂੰ ਮਿਲੇਗਾ। ਲੇਕਿਨ ਇੱਕ ਗੱਲ ਹੈ, ਹਾਂ, ਉਹ ਜਿਹੜਾ ਕਹਿ ਰਿਹਾ ਨਾ ਸ਼ਹਿਰ ਦੇ ਵਿੱਚ ਦਾਖਲ ਹੋਣ ਦਾ ਹੱਕ, ਉਹ ਨਵੇਂ ਜਰੂਸਲਮ ਦੀ ਗੱਲ ਹੋ ਰਹੀ ਹੈ। ਹਾਂਜੀ। ਹੁਣ ਦੇਖੋ, ਇਹ ਪਹਿਲਾ ਰਾਈਟ ਜਿਹੜਾ ਇੱਥੇ ਲਿਖਿਆ ਨਾ, ਉਹਨੂੰ ਹਾਸਲ ਕਰਨ ਲਈ ਪਹਿਲਾ ਰਾਈਟ ਹੈ ਕਿ ਜੀਵਨ ਦੇ ਦਰਖਤ, ਉਹ ਜੀਵਨ ਦਾ ਦਰਖਤ ਨਏ ਯਰੂਸ਼ਲਮ ਦੇ ਅੰਦਰ ਹੈ। ਤੋ ਉਹ ਜੀਵਨ ਦੇ ਦਰਖਤ ਤੱਕ ਪਹੁੰਚਣ ਲਈ ਸੈਕੰਡ ਰਾਈਟ ਨੂੰ ਯੂਜ਼ ਕਰਾਂਗੇ ਕਿ ਯਰੂਸ਼ਲਮ ਦੇ ਬੂਹਿਆਂ ਅੰਦਰ ਵੜਾਂਗੇ ਤੇ ਤਾਂ ਜਾ ਕੇ ਅਸੀਂ ਫਰੂਟ ਖਾ ਕਿਉਂਕਿ ਇਹ ਥੋੜਾ ਐਕਸਪਲੇਨ, ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈਗਾ ਉਸ ਦਰਵਾਜ਼ਿਆਂ ਦੇ ਵਿੱਚ ਕੋਈ ਵੀ ਅਪਵਿੱਤਰ ਚੀਜ਼ ਜਿਹੜੀ ਕਿ ਅਸ਼ੁੱਧ, ਨਾਪਾਕ ਕਹਿੰਦੇ ਨੇ, ਨਾਪਾਕ, ਮਕਰੂਹ, ਅਸ਼ੁੱਧ ਚੀਜ਼ ਐਂਟਰ ਨਹੀਂ ਕਰ ਸਕਦੀ। ਨਹੀਂ ਕਰ ਸਕਦੀ। ਹਾਂਜੀ, ਜਿਹੜੇ ਪਵਿੱਤਰ ਹੈਗਾ, ਪਵਿੱਤਰਤਾਈ ਦੇ ਵਿੱਚ ਜਿਨ੍ਹਾਂ ਨੇ ਰੱਬ ਨੇ ਸਾਨੂੰ ਉਹੀ ਇੱਥੇ ਜਾ ਸਕਦੇ। ਸੋ ਇਹ ਕਿਉਂ ਦੱਸਿਆ ਜਾ ਰਿਹਾ ਇੱਥੇ? ਹਾਂਜੀ, ਇਹ ਬੜੀ ਇੱਕ ਗੱਲ ਹੈ ਕਿ ਇਹਨਾਂ ਲੋਕਾਂ ਨੇ ਗ੍ਰੇਟ ਰਿਵੋਲੂਸ਼ਨ, ਬੜੀ ਮੁਸੀਬਤਾਂ 'ਚ ਵੀ ਨਹੀਂ ਮੁੜੇ, ਨਾ ਯਿਸੂ ਨੂੰ ਕਬੂਲ ਕੀਤਾ। ਸੋ ਇਹ ਉਹਨਾਂ ਲੋਕਾਂ ਲਈ ਕਿਹਾ ਜਾ ਰਿਹਾ ਹੈ, ਨਇਆ ਯਰੂਸ਼ਲਮ ਦੇ ਵਿੱਚ ਇੱਕ ਤੇ ਹੁਣ ਸਾਡੇ ਲਈ ਹੈ ਕਿ ਬਈ ਅਸੀਂ ਧਿਆਨ ਰੱਖੀਏ, ਦੁਨੀਆ ਦੇ ਧਿਆਨ ਰੱਖੋ, ਕਿਉਂਕਿ ਜਿਹੜੀ ਬੜਾ ਸੋਹਣਾ ਤੁਸੀਂ ਯਸਾਇਆ ਅਖੀਰਲੇ ਬਾਬ ਦੀਆਂ ਆਖਰੀ 2 ਆਇਤਾਂ ਕਹਿੰਦੇ ਹੋ। ਹਾਂਜੀ ਹਾਂਜੀ। ਤੇ ਉਹ ਜਿਹੜੀ ਅੱਗ ਦੀ ਝੀਲ ਵੀ ਤੇ ਇਸ ਦੇ ਬਾਹਰ ਹੀ ਹੋਣੀ ਹੈ ਨਾ, ਬਿਲਕੁਲ, ਉਹ ਨਹੀਂ ਵੜ ਸਕਦੇ ਹੈ। ਬਿਲਕੁਲ, ਉਹਦੇ ਵਿੱਚ ਉਹੀ ਲੋਕ ਹੋਣਗੇ ਜਿਹੜੇ ਹੈ ਸ਼ੈਤਾਨ, ਉਹਦੇ ਡੇਗੇ ਗਏ ਫਰਿਸ਼ਤੇ, ਬਦਰੂਹਾਂ, ਸਾਰੇ ਵਿਸ਼ਵਾਸੀ, ਤੇ ਨਾਲੇ ਮੌਤ ਤੇ ਆਲਮੇ ਅਰਵਾ ਯਾਨੀ ਨਰਕ, ਉਹ ਸਾਰੀ ਸੁੱਟ ਦਿੱਤੀ ਜਾਏਗੀ। ਹੋਣਗੇ ਉੱਥੇ ਹੀ, ਲੋਕ ਵੇਖਣਗੇ, ਉੱਤੇ ਹੀ ਹੋਏਗੀ ਉਹ ਅੱਗ ਦੀ ਝੀਲ, ਕਿਉਂਕਿ ਝੀਲ ਤਾਂ ਧਰਤੀ ਦੇ ਉੱਪਰ ਹੀ ਉੱਤੇ, ਤੇ ਲੇਕਿਨ ਉਹ ਐਂਟਰ ਨਹੀਂ ਹੋ ਸਕਦਾ। ਇਹ ਮੇਰੇ ਤੁਹਾਡੇ ਲਈ ਹੈ ਕਿ ਹੁਣੇ ਅਸੀਂ ਵੇਖ ਲਈਏ ਕਿ ਇਹ ਗੱਲਾਂ ਸੱਚੀਆਂ ਨੇ। ਅੱਗੇ ਖੁਦਾ ਯਿਸੂ ਮਸੀਹ ਕਹਿੰਦਾ ਕਿ ਯੂਨਾ ਇਹ ਵੀ ਲਿਖਦੇ ਕਿ ਇਹ ਗੱਲਾਂ ਸੱਚੀਆਂ ਨੇ ਭਾਈ, ਹੈ ਨਾ। ਹਾਂਜੀ। ਹਾਂ, ਤੇ ਬਾਕੀ ਜਿਨ੍ਹਾਂ ਤੇ ਇਹ ਮਸੀਹੀ ਜਿਹੜਾ ਆਖੀ ਦੱਸਦੇ, ਜਿਹੜਾ ਆਪਣੇ ਜਰੂਸਲਮ ਦੀ ਗੱਲ ਹੋ ਰਹੀ ਹੈ, ਨਵਾਂ ਜਰੂਸਲਮ, ਉਹ ਸਵਰਗ ਦੇ ਵਿੱਚ ਬਣਿਆ, ਸਵਰਗ ਦੇ ਵਿੱਚੋਂ ਇਸ ਧਰਤੀ ਤੇ ਆਉਣਾ, ਲੈਂਡ ਕਰਨਾ ਹੈ। ਹਾਂਜੀ, 1500 ਮੀਲ ਬਾਈ 1500 ਮੀਲ। ਹਾਂ ਹਾਂਜੀ, ਇੱਕ ਸਕੁਅਰ ਦੀ ਤਰ੍ਹਾਂ। ਮੈਂ 15000 ਕਿਹਾ, ਤੁਸੀਂ ਫੜ ਲਿਆ ਜੀ। ਤੇ ਆਪਣੇ ਅੱਛਾ ਜੀ, ਇੱਕ ਫਿਰ ਦੱਸਣਾ ਸੀ, ਜਿਹੜੇ ਲੋਕ ਜਿਨ੍ਹਾਂ ਕੌਮਾਂ ਤੇ ਰਾਜ ਕਰਨਾ, ਜਿਹੜੇ ਬਾਕੀ ਜਰੂਸਲਮ ਤੋਂ ਬਾਹਰ ਜਿਹੜੀਆਂ ਕੌਮਾਂ ਹੋਣੀਆਂ ਹਨ, ਤੇ ਉਹ ਆ ਸਕੂਗੇ ਅੰਦਰ? ਬਿਲਕੁਲ। ਉਹ ਕਿਉਂਕਿ ਦੇਖੋ, ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਗ੍ਰੇਟ ਰਿਵੋਲੂਸ਼ਨ ਸ਼ੁਰੂ ਹੋਏਗਾ, ਪਹਿਲੀ ਮੋਹਰਾਂ ਖੋਲੀ ਜਾਣਗੀਆਂ, ਮੋਹਰਾਂ ਨਰਸਿੰਗੀਆਂ, ਪਿਆਲਿਆਂ, ਕਟੋਰਿਆਂ ਤੇ, ਉਹ ਪਹਿਲੇ ਤੇ 1/3 ਲੱਗੇ ਜਾਣਗੇ। ਕਿੰਨੀ ਆਬਾਦੀ? 7 ਬਿਲੀਅਨ ਦੇ ਲਾਗੇ ਹੈਗੀ ਆ। ਬਿਲੀਅਨ, 7 ਬਿਲੀਅਨ ਦੇ ਲਾਗੇ। ਬਿਲੀਅਨ, ਹਾਂ। ਤੇ 7.5 ਕਰ ਲਓ, 8 ਕਰ ਲਓ, ਉਹਦੇ ਚੋਂ 1/3 ਚਲੇ ਗਏ ਅੱਗੇ ਜਨਾਬ, ਮਤਲਬ ਘੋੜੇ 2 ਬਿਲੀਅਨ ਤੋਂ ਉੱਪਰ ਉਹ ਚੱਲ ਖਤਮ ਹੋ ਗਏ। ਉਸ ਤੋਂ ਬਾਅਦ ਫਿਰ ਕਰਦਿਆਂ ਅਖੀਰ ਵਿੱਚ ਰਹਿ ਜਾਣਗੇ 2 ਬਿਲੀਅਨ। ਠੀਕ ਹੈ, ਬਾਕੀ ਤੇ ਸਾਰੇ ਲੱਗੇ ਜਾਣਗੇ। ਲੇਕਿਨ ਇਹ ਜਿਹੜੇ ਤੁਹਾਡਾ ਸਵਾਲ ਬਿਲਕੁਲ ਠੀਕ ਹੈ, 1000 ਸਾਲਾ ਬਾਦਸ਼ਾਹੀ 'ਚ ਵੀ ਵਿਸ਼ਵਾਸੀ ਵੀ ਹੋਣਗੇ ਜਿਹੜੇ ਯਿਸੂ ਨੂੰ ਨਹੀਂ ਵੀ ਮੰਨਣਗੇ, ਉਹ ਜਾਣਗੇ ਉੱਤੋਂ ਉਹਨੂੰ ਮੱਥਾ ਟੇਕਣ ਲਈ। ਫਿਰ 1000 ਸਾਲਾਂ ਤੋਂ ਬਾਅਦ ਸ਼ੈਤਾਨ ਖੋਲ ਦਿੱਤਾ ਜਾਏਗਾ। ਉਹ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਯਿਸੂ ਨੂੰ ਨਹੀਂ ਕਬੂਲ ਕੀਤਾ, ਵਿੱਚ ਬੱਕਰੀਆਂ 'ਚ ਤੇ ਭੇਡਾਂ ਵਿੱਚ ਬੱਕਰੀਆਂ, ਉਹਨਾਂ ਨੂੰ ਵੱਖਰਿਆਂ ਕਰਕੇ ਲੈ ਜਾਣਗੇ, ਗੋਗ ਮਗਾਗ, ਜੂਜ ਮਜੂਜ ਦੇ ਵਿੱਚ ਖਤਮ ਕਰ ਲੈਣਗੇ। ਪਿੱਛੇ ਤੇ ਜਨਾਬ ਰਹਿ ਜਾਣਗੇ ਥੋੜੇ ਜਿਹੇ, ਉਹ ਤੇ ਸਾਰੇ ਵਿਸ਼ਵਾਸੀ, ਉਹ ਜਿਹੜੇ ਨੇ ਉਹ ਨੈਚੁਰਲ ਹੋਣਗੇ, ਜਿਸ ਤਰ੍ਹਾਂ ਆਪਾਂ ਹੋ ਰਹੇ ਨੇ ਇਸ ਤਰ੍ਹਾਂ ਹੀ ਨੈਚੁਰਲ। ਲੇਕਿਨ ਜਿਹੜੇ ਜਦੋਂ ਪ੍ਰਭੂ ਯਿਸੂ ਮਸੀਹ ਪਹਿਲਾ ਥੈਸਲਨੀਕੀਆਂ 4 ਦੀ 13 ਤੋਂ 18 ਦੇ ਵਿੱਚ ਜਾਂ 16 ਤੇ 17 ਆਇਤ ਪੜ੍ਹੋ, ਜਿਨ੍ਹਾਂ ਦਾ ਰੈਪਚਰ ਹੋ ਜਾਣਾ ਹੈ, ਉਹਨਾਂ ਨੂੰ ਗਲੋਰੀਫਾਈ ਬਾਡੀ ਮਿਲ ਜਾਣੀ ਹੈ, ਉਹਨਾਂ ਤੇ ਇੱਥੇ ਰਹਿਣਾ ਯਰੂਸ਼ਲਮ। ਬਾਕੀ ਤੇ ਦੁਨੀਆ ਫਿਰ ਆਬਾਦ ਹੋਏਗੀ, ਉਹ ਸਾਰੇ ਆਣਗੇ, ਲੇਕਿਨ ਉਹ ਸਾਰੇ ਹੀ ਵਿਸ਼ਵਾਸੀ ਹੋਣਗੇ। ਔਰ ਇਸ ਲਈ ਲਿਖਿਆ ਹੈ ਕਿ ਨਏ ਯਰੂਸ਼ਲਮ ਦੇ ਬੂਹੇ ਕਦੀ ਨਹੀਂ ਬੰਦ ਹੋਣਗੇ ਦਿਨ ਰਾਤ। ਬਿਲਕੁਲ ਠੀਕ ਹੈ। ਤੇ ਹੋਰ ਆਪਾਂ ਕੀ ਕਰਦੇ ਜੀ,
ਇੱਕ ਜਿਹੜਾ ਨਰਕ ਵਾਲੇ ਨਰਕ ਵਿੱਚ ਚਲੇ ਗਏ ਹਾਂਜੀ ਤੇ ਆਪਾਂ ਗਲੋਰੀਫਾਈ ਬੋਡੀ ਜਿਹੜੀ ਮਿਲਣੀ ਆ, ਹਾਂਜੀ, ਸਾਡਾ ਜਲਾਲੀ ਸਰੀਰ ਜਿਹੜਾ ਯਿਸੂ ਦਾ ਉਸ ਤਰ੍ਹਾਂ ਦਾ ਹਨਾ ਹੋਏਗਾ। ਤੇ ਇੱਕ ਜਿਹੜੇ ਨੈਚੁਰਲ ਲੋਕ ਜਿੱਦਾਂ ਹੁਣ ਇਸ ਟਾਈਮ ਰਹਿੰਦੇ ਹੈਗੇ ਆ, ਕਿਉਂਕਿ ਜਿਹੜੀ 1000 ਸਾਲਾਂ ਬਾਦਸ਼ਾਹੀ ਤੋਂ ਬਾਅਦ ਉਹ ਜੰਗ ਜਿਹੜੀ ਹੋਣੀ ਹੈਗੀ ਆ, ਜਿਹੜੇ ਐਂਟੀ ਆਪਣੇ ਜਿਸਤਾਨ ਨੂੰ ਖੋਲ੍ਹਿਆ ਜਾਣਾ, ਹਾਂਜੀ, ਤੇ ਉਦੋਂ ਆਪਣੇ ਲੋਕਾਂ ਨੇ ਜਿਹੜੇ ਨਹੀਂ ਵਿਸ਼ਵਾਸ ਸੀਗੇ ਉੱਤੋਂ ਜਿਹੜੇ ਤੁਸੀਂ ਕਹਿੰਦੇ ਸੀਗੇ ਹਨਾ, ਉਹਨਾਂ ਸਾਰਿਆਂ ਨੇ ਯਿਸੂ ਦੇ ਖਿਲਾਫ ਆ ਜਾਣਾ 1000 ਸਾਲਾਂ ਬਾਦਸ਼ਾਹੀ ਤੋਂ ਬਾਅਦ, ਜਿਹੜਾ ਉਹ ਗੋਗ ਮਗੋਗ ਹਨਾ, ਤੇ ਪ੍ਰਕਾਸ਼ ਦੀ ਪੋਥੀ 20 ਦੀ 7-8 ਹੈ, ਹਾਂਜੀ, ਉੱਥੇ ਉਹ ਮਾਰੇ ਗਏ। ਜਦੋਂ ਸ਼ੈਤਾਨ ਨੇ ਇਕੱਠਾ ਕਰਨਾ, ਸਾਰੀ ਜਨਤਾ ਨਹੀਂ ਆ ਜਾਣੀ, ਕੁਛ ਲੋਕੀ ਉਸ 1000 ਸਾਲਾ ਬਾਦਸ਼ਾਹੀ ਦੇ ਦੌਰਾਨ ਜਿਨ੍ਹਾਂ ਨੇ ਸੱਚਮੁੱਚ ਯਿਸੂ ਤੇ ਵਿਸ਼ਵਾਸ ਕੀਤਾ, ਉਹ ਰਹਿ ਜਾਣ, ਉਹ ਪਿੱਛੇ ਉਹਨਾਂ ਨੇ ਯਿਸੂ ਦੇ ਖਿਲਾਫ ਨਹੀਂ ਆਉਣਾ, ਹਾਂਜੀ, ਤੇ ਉਹਨਾਂ ਨੂੰ ਮੌਤ ਨਹੀਂ ਹੋਏਗੀ, ਪਰ ਆਹ ਸਰੀਰ ਇਦਾਂ ਇਹ ਸਰੀਰ ਜਿਹੜੇ ਹੋਊਗੇ। ਇਹ ਤੇ ਪਲਾਨ ਆਦਮ ਦੇ ਲਈ ਸੀ, ਇਸੇ ਸਰੀਰ ਵਿੱਚ ਰੱਖਣਾ ਚਾਹੀਦਾ। ਤੇ ਉਹਨਾਂ ਦੇ ਉੱਪਰ ਜਿਹੜੇ ਮਸੀਹ ਦੇ ਵਿੱਚ ਹੁਣ ਜਿਹੜੇ ਅਸੀਂ ਅੱਜ ਆ, ਆਪਾਂ ਉਹਨਾਂ ਕੌਮਾਂ ਦੇ ਉੱਪਰ ਰਾਜ ਕਰਨਾ, ਹਾਂਜੀ, ਤੇ ਉਹਨਾਂ ਨੇ ਮਤਲਬ ਉਹ ਐਂਟਰ, ਕਿਉਂਕਿ ਨਾ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਆ, ਉਹ ਆ ਸਕਦੇ, ਉਹ ਨਵੇਂ ਯਰੂਸ਼ਲਮ ਦੇ ਵਿੱਚ ਆ ਸਕਦੇ ਹੈ। ਉਸ ਦਰਖਤ ਉਹਨਾਂ ਨੂੰ ਵੀ ਖਾਣ ਦਾ ਅਧਿਕਾਰ ਹੋਊਗਾ, ਇਸ ਲਈ ਔਰ ਨਹੀਂ ਮਰੂਗੇ, ਇਸ ਲਈ ਕਿ ਉਹਨਾਂ ਦੀ ਹੈਲਥ ਤੇ ਜ਼ਿੰਦਗੀ ਇਹ ਪੱਤੇ ਖਾਣ ਨਾਲ ਹੀ ਹੋਣੀ ਹੈ, ਹਾਂਜੀ, ਉਹ ਰੀਨਿਊ ਹੁੰਦੇ ਰਹਿਣਗੇ, ਠੀਕ ਹੈ, ਤਾਂ ਕਿ ਸਾਰਾ, ਔਰ ਫਿਰ ਉਹਨਾਂ ਦੇ ਵਿਆਹ ਵੀ ਹੋਣਗੇ ਜਿਨ੍ਹਾਂ ਦੀ ਗਲੋਰੀਫਾਈਡ ਬਾਡੀਜ਼, ਉਹਨਾਂ ਦੇ ਵਿਆਹ ਨਹੀਂ ਹੋਣੇ। ਹਾਂ, ਉਹੀ ਜਿਹੜਾ ਪਹਿਲਾ ਆਦਮ ਤੇ ਈਵ ਨੂੰ ਜਿਹੜਾ ਬਣਾਇਆ ਗਿਆ ਸੀਗਾ ਹਨਾ, ਇਹ ਨੈਚੁਰਲ, ਹਾਂਜੀ, ਉਸੇ ਤਰੀਕੇ ਦੇ ਨਾਲ, ਔਰ ਉਹਨਾਂ ਨੂੰ ਵੀ ਰੱਬ ਨੇ ਤਾਂ ਆਫਰ ਕੀਤਾ ਸੀਗਾ ਜੀਵਨ ਦਾ ਦਰਖਤ, ਉਹਨਾਂ ਨੇ ਗਲਤ ਦਰਖਤ ਤੋਂ ਆਜ਼ਾਦ ਹੋਣਾ ਸੀ, ਹਾਂਜੀ, ਤੇ ਉਹ ਫਿਰ ਉਹਨਾਂ ਨੂੰ ਮਿਲ ਜਾਏਗਾ ਸਾਰਾ, ਤੇ ਫਿਰ 2 ਬਿਲੀਅਨ ਤੋਂ ਉਹ ਫਿਰ ਵਿਆਹ ਕਰਦੇ ਰਹਿਣਗੇ, ਵੱਧਦੇ ਚਲੇ ਜਾਣਗੇ। ਉਹੀ ਬਰਕਤ ਜਿਹੜੀ ਪ੍ਰਕਾਸ਼ ਉਤਪੋਤੀ ਆ, ਪਦਾਇਸ਼ ਆ, ਕੀ ਕਹਿੰਦੇ, ਜੈਨੇਸਿਸ ਦੇ ਵਿੱਚ ਇੱਕ ਚੈਪਟਰ ਦੀ 26 ਤੋਂ ਗਾਂ ਤੱਕ ਤੁਸੀਂ ਵਧੋ, ਫਲੋ, ਫੁੱਲੋ, ਇਸ ਧਰਤੀ ਨੂੰ ਆਬਾਦ ਕਰੋ, ਉਹੀ ਚੀਜ਼ਾਂ ਹੋਣਗੀਆਂ ਨਾ, ਹਾਂਜੀ। ਔਰ ਧਰਤੀ ਦੀ ਗੱਲ ਕੀਤੀ ਜੀ, ਇਹ ਧਰਤੀ ਦੇ ਉੱਪਰ ਆਪਾਂ ਟਾਈਮ ਵੀ ਹੋ ਜਾਂਦਾ, ਬੰਦ ਕਰਦੇ ਹਾਂ ਜਿੱਥੇ, ਤੇ ਧਰਤੀ ਆਹ ਹੀ ਹੋਣੀ ਆ, ਇੱਥੇ ਸਮੁੰਦਰ ਨਹੀਂ ਹੋਣਾ, ਇਹਨੂੰ ਰੱਬ ਨੇ ਰੀਨਿਊ ਕਰ ਦੇਣਾ, ਤੇ ਛੋਟੇ ਛੋਟੇ ਦਰਿਆ ਹੋਣਗੇ, ਹਾਂ, ਰੈਨੋਵੇਟ ਕਰ ਦੇਣਾ, ਜਾਂ ਹਾਂਜੀ ਰੱਬ ਨੇ ਨਿਓਸ, ਹਾਂਜੀ, ਰੀਨਿਊ ਕਰ ਦੇਣਾ, ਨਿਓਸ ਕਰਨਾ। ਓਕੇ, ਆਪਾਂ ਫਿਨਿਸ਼ ਕਰੀਏ ਇੱਥੇ, ਹਾਂਜੀ ਕਰੋ, ਇਹ ਤੇ ਬੜਾ ਹੀ ਮਜ਼ਾ ਆ ਰਿਹਾ ਇਸ ਗੱਲ। ਪਰਮੇਸ਼ਰ ਪਿਤਾ ਮਹਾਨ ਹੋ, ਆਪ ਦਾ ਵਚਨ ਮਹਾਨ ਹੈ ਜੋ ਆਉਣ ਵਾਲੇ ਸਮੇਂ ਦੀਆਂ ਸਾਨੂੰ ਜਾਣਕਾਰੀ ਦਿੰਦਾ ਹੈ। ਆਪ ਜੀ ਦੀ ਇਸ ਦਇਆ ਰਹਿਮ ਕਿਰਪਾ ਦੇ ਲਈ ਸ਼ੁਕਰੀਆ ਪਰਮੇਸ਼ਰ ਪਿਤਾ। ਮਸੀਹਾਂ ਨੂੰ ਤਿਆਰ ਕਰੋ, ਖੜੇ ਕਰੋ, ਮਜ਼ਬੂਤ ਕਰੋ, ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਇਹ ਸਾਰੇ ਕੀਮਤੀ ਪਵਿੱਤਰ ਬਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਆ, ਸੀਲ ਕਰਦੇ ਆ, ਦੁਸ਼ਮਣ ਚੁਰਾ ਨਾ ਸਕੇ ਪਰਮੇਸ਼ਰ ਪਿਤਾ। ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਇਹ ਬਚਨ ਬਹੁਤ ਸਾਰਾ ਪੜ੍ਹ ਲੈ ਕੇ ਆਵੇ ਆਪ ਦੇ ਰਾਜ ਦੇ ਲਈ, ਆਪ ਦੇ ਕੰਮਾਂ ਦੇ ਲਈ, ਆਪ ਦੇ ਜਲਾਲ ਦੇ ਲਈ ਪਰਮੇਸ਼ਰ ਪਿਤਾ। ਔਰ ਸੁਣਨ ਵਾਲਿਆਂ ਨੂੰ, ਇੱਕ ਇੱਕ ਮਸੀਹੀ ਭੈਣ ਭਰਾ ਨੂੰ ਹਿੰਮਤ ਦਿਓ, ਸਮਝ ਦਿਓ, ਤਾਕਤ ਦਿਓ, ਦਲੇਰੀ ਦਿਓ ਪਰਮੇਸ਼ਰ ਪਿਤਾ। ਉਹ ਬਿਆਸ ਨਾ ਹੋਣ ਆਉਣ ਵਾਲੇ ਚੰਗੇ ਸਮੇਂ ਦੇ ਲਈ ਪਰਮੇਸ਼ਰ ਪਿਤਾ। ਉਹ ਖੁਸ਼ ਹੋਣ ਪਰਮੇਸ਼ਰ ਪਿਤਾ, ਉਹਨਾਂ ਦੀ ਆਸ ਨਾ ਟੁੱਟੇ, ਜਿੱਥੇ ਵੀ ਹਨ, ਜਿਸ ਹਾਲਤ ਵਿੱਚ ਵੀ ਹਨ, ਉਹਨਾਂ ਨੂੰ ਛੋਲੋ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।